टॉपिक अपना मेन हैगा जिहड़ा ਉਹਨੂੰ ਅਸੀਂ ਨਾਮ ਦਿੰਦੇ ਆ ਯੰਗ ਡਬਲ ਸਲਿਟ ਐਕਸਪੈਰੀਮੈਂਟ। ਯੰਗ ਡਬਲ ਸਲਿਟ ਐਕਸਪੈਰੀਮੈਂਟ ਦੇ ਅੰਦਰ ਅਸੀਂ ਇਹ ਦੱਸਿਆ ਸੀਗਾ ਕਿ ਜੇ ਸਾਡੇ ਕੋਲ ਦੋ ਲਾਈਟ ਦੇ ਸੋਰਸਸ ਨੇ, ਦੋਨੋਂ ਲਾਈਟ ਸੋਰਸਸ ਆਪਣੀ ਇੰਡੀਵਿਜੂਅਲ ਵੇਵ ਪ੍ਰੋਡਿਊਸ ਕਰਦੇ ਆ, ठीक है, जिन्हों ਅਸੀਂ मैथमेटिकली SH y1 इक्वल टू a sin ओमेगा t, ठीक है, और y2 इक्वल टू b sin ओमेगा t प्लस फाई। ਆਪਾਂ ਕਿਹਾ ਸੀ ਦੋ ਵੇਵਸ ਨੇ, ਦੋ ਲਾਈਟ ਵੇਵ ਦੇ ਸੋਰਸਸ ਨੇ, ਇੱਕ ਜਿਹੜੀਆਂ ਵੇਵ ਪ੍ਰੋਡਿਊਸ ਕਰਦਾ ਪਿਆ ਉਹਦੀ ਇਕੁਏਸ਼ਨ y1 ਇਕੁਅਲ ਟੂ a sin ओमेगा t ਨਾ ਆ ਗਈ, ਦੂਜੇ ਲਾਈਟ ਸੋਰਸ ਦੀ ਇਕੁਏਸ਼ਨ ਜਿਹੜੀ ਆ ਮੇਰੇ ਕੋਲ ਉਹ y2 इक्वल टू b sin ओमेगा t प्लस पाई आ गई। और दोनों इक्वेशन के अंदर a ते b इंडिविजुअल वेव दे एम्पलीट्यूड आ, ओमेगा t जेड़ा वा ओ मेरे कोल SH एदा फेज एंगल आ, और दूजी वेव दा फेज एंगल जेड़ा ओ ओमेगा t प्लस पाई, मतलब सेकंड वेव फाई एंगल अगे चलदी पई आ। कहंदा जी एज कंपेयर टू द फर्स्ट वेव ते ਅਸੀਂ ਕਿਹਾ ਸੀ ਜਦੋਂ SH दो वेव्स एक दूजे ना ओवरलैप करदियां ਤੇ ਇੱਕ ਨਵੀਂ ਵੇਵ ਬਣੇਗੀ। ਵਿਚਲਾ ਮੈਥਮੈਟੀਕਲ ਨਹੀਂ ਕਰਾਂਗਾ, ਉਹਨੂੰ ਅਸੀਂ ਇਦਾਂ ਦੱਸਿਆ ਸੀ ਅਕੋਰਡਿੰਗ ਟੂ ਸੁਪਰਪੋਜੀਸ਼ਨ ਪ੍ਰਿੰਸੀਪਲ, ਕਿ ਜੇ ਸੁਪਰਪੋਜੀਸ਼ਨ ਪ੍ਰਿੰਸੀਪਲ ਦੇ ਅਕੋਰਡਿੰਗਲੀ ਅਸੀਂ ਕੰਟੀਨਿਊ ਕਰੀਏ ਤਾਂ ਅਸੀਂ ਇਹ ਕਹਿ ਰਹੇ ਕਿ y1 y2 ਆ, ਔਰ ਇੱਥੇ y1 y2 ਦੀ ਦੋਨੋਂ ਵੈਲਿਊ ਪੁੱਟ ਅਪ ਕਰਕੇ ਇਹਦੀ ਸਾਰੀ ਮੈਥਮੈਟੀਕਲ ਕੈਲਕੂਲੇਸ਼ਨ ਕੀਤੀ ਸੀਗੀ, ਉਹ ਨਹੀਂ ਕਰ ਰਿਹਾ ਦੁਆਰਾ। ਉਹਦਾ ਰਿਜ਼ਲਟ ਸਾਡੇ ਕੋਲ ਫਾਈਨਲੀ ਬਣ ਕੇ ਆ ਆਇਆ ਸੀਗਾ y ਇਕੁਅਲ ਟੂ sin ओमेगा t प्लस पाई, जिथे ਅਸੀਂ ਕਿਹਾ ਸੀਗਾ ਕਿ ਵੀ r ਨਵੀਂ ਬਣੀ ਵੇਵ ਦਾ ਐਂਪਲੀਟਿਊਡ ਹੋਏਗਾ, ਠੀਕ ਹੈ, ਔਰ ਤੁਹਾਡੇ ਕੋਲ SH ਜਿਹੜਾ ਇੱਥੇ ਐਂਗਲ ਹੈ ਥੀਟਾ ਨਾਲ ਸੀਗਾ, ਔਰ ਜਿਹੜੀ SH ਜਿਹਦਾ ਸੈਕਿੰਡ ਵੇਵ ਨੇ ਫਰਸਟ ਵੇਵ ਨਾਲ ਪਾਈ ਐਂਗਲ ਦਾ ਫੇਸ ਡਿਫਰੈਂਸ ਦਿਖਾਇਆ, ਇਹਦੇ ਰਿਜ਼ਲਟੈਂਟ ਵੇਵ ਨੇ, ਠੀਕ ਹੈ ਜੀ, ਫਰਸਟ ਵੇਵ ਦੇ ਨਾਲ ਥੀਟਾ ਐਂਗਲ ਦਾ ਫੇਸ ਡਿਫਰੈਂਸ ਦਿਖਾ ਰਿਹਾ, ਯਾਨੀ ਇਹਨਾਂ ਦੋਨਾਂ ਚ ਥੀਟਾ ਐਂਗਲ ਦਾ ਫੇਸ ਡਿਫਰੈਂਸ ਆ, ਇਹਨਾਂ ਦੋਨਾਂ ਦੇ ਵਿੱਚ ਮੇਰੇ ਕੋਲ फाई एंगल ਦਾ ਫੇਸ ਡਿਫਰੈਂਸ ਆ, ਤੇ r ਮੇਰੇ ਕੋਲ ਰਿਜ਼ਲਟੈਂਟ ਵੇਵ ਦਾ ਐਂਪਲੀਟਿਊਡ ਸੀਗਾ, ਜਿਹੜਾ ਕਿ ਦੋਨਾਂ ਵੇਵ ਦੇ ਇੰਡੀਵਿਜੂਅਲ ਐਂਪਲੀਟਿਊਡ ਔਰ ਦੂਜਾ ਉਹਨਾਂ ਦੇ ਵਿਚਲੇ ਫੇਸ ਡਿਫਰੈਂਸ ਤੇ ਡਿਪੈਂਡ ਕਰਦਾ। ਮਤਲਬ ਇਹਦਾ ਇਹ ਸੀਗਾ, ਆਪਾਂ ਇੱਥੇ ਡਿਫਾਈਨ ਕੀਤਾ ਕਿ ਵੀ r ਦਾ ਫਾਰਮੂਲਾ ਸਾਡੇ ਕੋਲ ਬਣ ਕੇ ਆਇਆ ਸੀ r ਇਕੁਅਲ ਟੂ ਰੂਟ ਆਫ a ਸਕੁਅਰ प्लस b स्क्वायर प्लस 2ab cos phi, ठीक है, और इतों ਆਪਾਂ फिर अगे गल की सीगी कि जे r स्क्वायर लिख लवां ते r स्क्वायर आ गया a स्क्वायर प्लस b स्क्वायर प्लस 2ab cos phi। एक इक्वेशन एम्पलीट्यूड दी फॉर्म च बनाई सीगी, एक इक्वेशन ਅਸੀਂ इंटेंसिटी ऑफ लाइट दी फॉर्म च सीगी। ਆਪਾਂ ਨੂੰ ਇਹ ਪਤਾ कि इंटेंसिटी डायरेक्टली प्रोपोर्शनल टू स्क्वायर ऑफ एम्पलीट्यूड ਹੁੰਦੀ ਆ। ਇਹਦਾ ਮਤਲਬ ਜੇ ਮੈਂ ਇਹਦੇ SH ਲਿਖਾਂ ਤੇ ਮੇਰੇ ਕੋਲ ਆ ਕਹਿਣਾ ਚਾਹ ਰਿਹਾ I ਇਕੁਅਲ ਟੂ I1 ਪਲਸ I2 ਪਲਸ 2 ਰੂਟ I1 ਰੂਟ I2 ਇਨਟੂ cos phi। ਆ ਮੇਰੀ ਸੈਕਿੰਡ ਇਕੁਏਸ਼ਨ ਸੀਗੀ। क्या आ दो इक्वेशन क्लियर है? यस सर। जी सर। ਇਹਦੇ ਅੰਦਰ ਅਸੀਂ ਫਿਰ ਅੱਗੇ ਹੋਏ ਕਿਹਾ ਸੀਗਾ ਕਿ ਵੀ ਜਦੋਂ ਦੋ ਵੇਵਸ SH ਓਵਰਲੈਪ ਕਰਕੇ ਸਕਰੀਨ ਤੇ ਪਹੁੰਚਦੀਆਂ, सॉरी, ਉਹਦੇ ਕਰਕੇ ਸਕਰੀਨ ਦੇ ਉੱਤੇ ਦੋ ਟਾਈਪ ਦੇ ਪੈਟਰਨ ਬਣਦੇ ਆ, ਜਾਂ ਤਾਂ ਬ੍ਰਾਈਟ ਪੈਟਰਨ ਬਣਦਾ ਜਾਂ ਮੇਰੇ ਕੋਲ ਡਾਰਕ ਪੈਟਰਨ ਬਣਦਾ। ਬ੍ਰਾਈਟ ਔਰ ਡਾਰਕ ਪੈਟਰਨ ਜਿਹੜੇ ਨੇ ਉਹ ਦੋ ਕੰਡੀਸ਼ਨ ਨਾਲ ਬਣਾਏ ਸੀਗੇ ਕਿ ਜਾਂ ਤਾਂ ਵੇਵ ਦੀ ਕੰਸਟਰਕਟਿਵ ਇੰਟਰਫੇਰੈਂਸ ਹੋਈ ਆ ਜਾਂ ਵੇਵ ਦੀ ਡਿਸਟਰਕਟਿਵ ਇੰਟਰਫੇਰੈਂਸ ਆ। ਉਹ ਚ ਅਸੀਂ ਦੋ ਕੰਡੀਸ਼ਨਾਂ ਬਣਾਈਆਂ ਸੀਗੀਆਂ, ਪਰ ਕੰਸਟਰਕਟਿਵ ਇੰਟਰਫੇਰੈਂਸ ਅਸੀਂ ਪਾਥ ਡਿਫਰੈਂਸ ਦਾ ਤੇ ਫੇਜ਼ ਡਿਫਰੈਂਸ ਦਾ। ਦੋ ਵੇਵ ਸਕਰੀਨ ਤੇ ਜਦੋਂ ਕਿਸੇ ਪੁਆਇੰਟ ਤੇ ਪਹੁੰਚਦੀਆਂ, ਲਾਈਟ ਸੋਰਸਸ ਤੋਂ ਚੱਲ ਕੇ ਉਸ ਗਿਵਨ ਪੁਆਇੰਟ ਤੱਕ ਜਿੱਥੇ ਵੇਵ ਪਹੁੰਚਦੀਆਂ, ਪਾਥ ਕਿੰਨਾ ਕਵਰ ਕਰਦੀਆਂ, ਉਹਦੇ ਅਕੋਰਡਿੰਗਲੀ ਦੋਨਾਂ ਵੇਵ ਦੇ ਵਿਚਲਾ ਪਾਥ ਡਿਫਰੈਂਸ x ਨਾਲ ਲਿਖਿਆ ਸੀ। ਫਾਰਮੂਲਾ ਇਹਦਾ ਜਨਰਲ ਆ ਹੁੰਦਾ x ਇਕੁਅਲ ਟੂ ਲੈਮਡਾ ਬਾਈ 2 ਪਾਈ ਇਨਟੂ 5। ਜੇ ਦੋ ਵੇਵ ਕੰਸਟਰਕਟਿਵਲੀ ਓਵਰਲੈਪ ਕਰਦੀਆਂ, ਦੋ ਵੇਵ ਕੰਸਟਰਕਟਿਵਲੀ ਓਵਰਲੈਪ ਕਰਦੀਆਂ ਤੇ ਕੰਸਟਰਕਟਿਵ ਇੰਟਰਫੇਰੈਂਸ ਦੇ ਵਿੱਚ ਜਿਹੜਾ ਫੇਜ਼ ਡਿਫਰੈਂਸ ਆ ਉਹ n into 2 ਪਾਈ ਹੁੰਦਾ, ਠੀਕ ਹੈ, ਔਰ ਇਹਦੀ ਵੈਲਿਊ ਤੇ ਪੁੱਟ ਕਰਕੇ ਜਿਹੜਾ ਪਾਥ ਡਿਫਰੈਂਸ ਆ ਉਹ ਮੇਰਾ n ਲੈਮਡਾ ਆਏਗਾ। यानी आ दो कंडीशन में कुल कंस्ट्रक्टिव इंटरफेरेंस लिया,
और जे डिस्ट्रक्टिव इंटरफेरेंस होएगी, जे डिस्ट्रक्टिव इंटरफेरेंस ते फेज डिफरेंस का फॉर्मूला सीगा 2n-1 into pi by 2, सॉरी 2n-1 into pi। क्या इना क्लियर है? Yes, sir. Yes, sir. इना क्लियर है नैनो? और ਇਹਦੇ ਅਕੋਰਡਿੰਗਲੀ ਸਾਡੇ ਕੋਲ ਜਿਹੜਾ ਪਾਥ ਡਿਫਰੈਂਸ ਹੈਗਾ ਉਹਦਾ ਫਾਰਮੂਲਾ ਆਇਆ ਸੀ 2n-1 into λ/2। ਯਾਨੀ ਆ ਕੰਡੀਸ਼ਨ ਦੋਨੋਂ ਮੇਰੇ ਕੋ ਡਿਸਟਰਕਟਿਵ ਇੰਟਰਫੇਰੈਂਸ ਲਈ ਸਕਰੀਨ ਤੇ ਜਦੋਂ ਡਿਸਟਰਕਟਿਵ ਇੰਟਰਫੇਰੈਂਸ ਹੋਏਗੀ ਜੇ ਉਹਨਾਂ ਵਿਚਲਾ ਫੇਜ਼ ਡਿਫਰੈਂਸ ਜਾਂ ਪਾਥ ਡਿਫਰੈਂਸ ਕੈਲਕੂਲੇਟ ਕਰੀਏ ਇਹਨਾਂ ਦੋ ਇਕੁਏਸ਼ਨ ਨਾਲ ਔਰ ਕੰਸਟਰਕਟਿਵ ਲਈ ਇਹਨਾਂ ਦੋ ਇਕੁਏਸ਼ਨ ਨਾਲ। क्या इना क्लियर है? Yes, sir. Yes, sir. Yes. चलो ਹੁਣ ਇਹਦੇ ਨਾਲ ਹੀ ਇੱਕ ਟੌਪਿਕ ਜਿਹੜਾ ਵਾ ਠੀਕ ਹੈ ਜੀ ਇਹਦੇ ਵਿੱਚ ਆਪਾਂ ਦੋ ਤੇ ਫਾਰਮੂਲੇ ਹੋਰ ਦੇ ਦੇਵਾਂ ਜਿਹੜੇ ਨਿਊਮੈਰੀਕਲ ਚ ਲੋੜ ਆ ਫਿਰ ਇਹਦੇ ਨਾਲ ਹੀ ਇੱਕ ਟੌਪਿਕ ਲਿੰਕ ਕਰਾਂਗੇ। ਹੁਣ ਇਹਦੇ ਨਾਲ ਉਹਨੇ ਕੰਡੀਸ਼ਨ ਆਪਾਂ ਨੂੰ ਇਹ ਦਿੱਤੀ ਆ ਕਿ ਜਦੋਂ ਦੋ ਵੇਵ ਕੰਸਟਰਕਟਿਵਲੀ ਓਵਰਲੈਪ ਕਰਦੀਆਂ ਉਹਦਾ ਰਿਜ਼ਲਟੈਂਟ ਐਂਪਲੀਟਿਊਡ ਤੇ ਰਿਜ਼ਲਟੈਂਟ ਇੰਟੈਂਸਿਟੀ ਕਿੰਨੀ ਆ ਤੇ ਜੇ ਮੈਂ ਰਿਜ਼ਲਟੈਂਟ ਐਂਪਲੀਟਿਊਡ ਕੱਢਣਾ ਯਾਨੀ r max ਦੀ ਵੈਲਿਊ ਤੇ r max ਵੇਲੇ cos phi ਦੀ ਵੈਲਿਊ ਜਿਹੜੀ ਆ ਮੇਰੇ ਕੋਲ 1 ਬਣਨੀ ਆ ਔਰ ਆ ਸਾਰੇ ਉਹ ਐਂਗਲ ਆ ਜਦੋਂ ਦੀ ਵੈਲਿਊ 1 ਆ ਤੇ ਜੇ ਤੇ 1 ਭਰਾਂ ਤੇ ਇਹ a plus b ਦਾ ਹੋਲ ਸਕੁਅਰ ਦਾ ਰੂਟ ਆਇਆ यानी r max ਦੀ ਵੈਲਿਊ ਮੇਰੇ ਕੋਲ a plus b ਆ ਜਾਏਗੀ। क्या इना क्लियर है? Yes, sir. Yes, sir. Yes, और जे मैं एम्पलीट्यूड लिखना होवे cos phi 1 आ जाऊगा ਤੇ cos phi 1 ਆ ਕੇ ਆ ਚੀਜ਼ √i1 + √i2 ਦਾ ਹੋਲ ਸਕੁਅਰ ਆ। ਇਹਦਾ ਮਤਲਬ ਜੇ ਮੈਂ i max ਲਿਖਾਂ ਤੇ ਇਹ ਮੇਰੇ ਕੋ √i1 + √i2 ਦਾ ਹੋਲ ਸਕੁਅਰ ਬਣਦਾ। ਇਹਨਾਂ ਕਲੀਅਰ ਹੈ ਜੀ? Yes, sir. ਚਲ ਤੇ ਜੇ ਇਹਨੂੰ ਮੈਂ ਐਂਪਲੀਟਿਊਡ ਦੀ ਫਾਰਮ ਚ ਲਿਖਣਾ ਤੇ ਇੱਥੋਂ ਹੀ ਲਿਖ ਦੂੰਗਾ ਨਾ ਜੇ r max ਇੰਨਾ ਵਾ ਤੇ we know that i max ਦੀ ਵੈਲਿਊ I max is proportional to square of कहना जी R max ਤੇ therefore ਦੂਜਾ I max ਦਾ ਫਾਰਮੂਲਾ ਜਿਹੜਾ ਵਾ ਉਹ ਤੁਹਾਡੇ ਕੋਲ ਬਣ ਜਾਣਾ ਕਹਿੰਦਾ ਜੀ SH A plus B ਦਾ ਹੋਲ ਸਕੁਅਰ ਯਾਨੀ R max ਦੀ ਵੈਲਿਊ I max ਦੀ ਵੈਲਿਊ ਤੇ I max ਦੀ ਦੂਸਰੀ ਵੈਲਿਊ ਆ ਆਪਣੇ ਕੋਲ ਮੈਕਸਿਮਮ ਵਾਸਤੇ ਕੰਡੀਸ਼ਨ ਆ। ਕਲੀਅਰ ਆ? Yes, sir. Yes. ਚਲ ਹੁਣ ਇਦਾਂ ਹੀ ਆਪਾਂ ਕੰਡੀਸ਼ਨ ਮਿਨੀਮਮ ਲਈ ਦਿੱਤੀ ਸੀ ਜੇ r ਮਿਨੀਮਮ ਡਿਫਾਈਨ ਕਰੀਏ ਤੇ r ਮਿਨੀਮਮ ਦੀ ਵੈਲਿਊ a - b ਇਦਾਂ ਹੀ i ਮਿਨੀਮਮ ਇੱਥੋਂ ਬਣ ਜਾਏਗਾ √i1 - √i2 ਦਾ ਸਕੁਅਰ और तीजा मेरे को आ जाएगा i मिनिमम इक्वल टू a - b ਦਾ ਸਕੁਅਰ। ਇਨਾ ਕਲੀਅਰ ਜੀ? Yes. therefore ਜੇ ਹੁਣ ਇਥੋਂ ਆਪਾਂ ਮੈਕਸਿਮਮ ਟੂ ਮਿਨੀਮਮ ਦੀ ਰੇਸ਼ੋ ਲਿਖਣੀ ਆ i max to i min ਜਾਂ r max to r min ਹਨਾ ਇਹਦੀ ਵੈਲਿਊ ਮੇਰੇ ਕੋਲ ਆ ਗਈ a plus b square over a minus b square। ਇਹ ਚ ਅੱਗੇ ਕੰਡੀਸ਼ਨ ਲਾਣ ਲੱਗੇ ਆ ਕਿ ਜੇ ਦੋਨੋਂ ਲਾਈਟ ਸੋਰਸਸ ਜਿਹੜੇ ਅਸੀਂ ਯੂਜ਼ ਕਰਾਂਗੇ ਜੇ ਦੋਨਾਂ ਤੋਂ ਲਾਈਟ ਵੇਵ ਜਿਹੜੀਆਂ ਨਿਕਲਦੀਆਂ ਜੇ ਉਹਨਾਂ ਦਾ ਐਂਪਲੀਟਿਊਡ ਸੇਮ ਹੋਵੇ ठीक है तो यानी जे मेरे को दोनों लाइट सोर्सेस दे एम्पलीट्यूड सेम आ यानी इफ a इक्वल टू b ठीक है एक फार्मूला आ बन गया आ जो लिखन लगे ये जर्नल दे विच देने आ ते उदों i max दी वैल्यू कढनी होवे ठीक है एक i max दी वैल्यू कढनी होवे ते a इक्वल टू b दा मतलब हो गया a plus a 2a दा स्क्वायर यानी वैल्यू बन जाएगी 4a स्क्वायर और a स्क्वायर मेरे को जेड़ा वा वो पहली वेव दा एम्पलीट्यूड आ ठीक है और जे b भी हुन सेम आ ਇਹਦਾ ਮਤਲਬ ਇੱਕ ਲਾਈਟ ਸੋਰਸਸ ਤੋਂ ਜਿਹੜੀਆਂ ਵੇਵ ਪ੍ਰੋਡਿਊਸ ਹੁੰਦੀਆਂ ਉਹਦਾ ਐਂਪਲੀਟਿਊਡ a ਔਰ b ਦੋਨੋਂ ਸੇ ਸੇਮ ਮੰਨ ਲਿਆ ਤੇ ਜੇ ਦੋਨੋਂ ਸੇਮ ਹੈਗੇ ਆ ਤੇ ਇਹਦਾ ਮਤਲਬ ਇੱਥੇ ਐਂਪਲੀਟਿਊਡ 4 ਟਾਈਮਸ ਦਾ ਇੰਡੀਵਿਜੂਅਲ ਵੇਵ ਆਜੂ। Yes. Yes, Yes, sir. sir. मतलब एक लाइट सोर्स दे एम्पलीट्यूड दा स्केयर जेड़ा वा ओनु i1 या i2 लिखा मैं जनरल i0 लिख लिया ਇਹਦਾ ਮਤਲਬ ਜੇ ਦੋਨੋਂ ਲਾਈਟ ਸੋਰਸਸ ਸੇਮ ਐਂਪਲੀਟਿਊਡ ਦੇ ਆ ਤੇ ਜਦੋਂ ਦੋ ਵੇਵ ਕੰਸਟਰਕਟਿਵਲੀ ਓਵਰਲੈਪ ਕੀਤੀਆਂ ਉਦੋਂ ਐਸਐਚ ਬ੍ਰਾਈਟ ਪੈਟਰਨ ਜਿੱਥੇ ਬਣਿਆ ਉੱਥੇ ਇੰਟੈਂਸਿਟੀ ਦੀ ਵੈਲਿਊ 4 ਟਾਈਮ ਵੱਧ ਕੇ ਆਏਗੀ ਐਜ਼ ਕੰਪੇਅਰ ਟੂ ਦੈਟ ਆਫ ਦਾ ਇੰਡੀਵਿਜੂਅਲ। ਮਤਲਬ ਆ ਜੇ ਦੋ ਲਾਈਟ ਦੇ ਸੋਰਸਸ ਆ ਇਥੋਂ ਜਿਹੜੀਆਂ ਲਾਈਟ ਵੇਵ ਨਿਕਲੀਆਂ ਤੇ ਇਥੋਂ ਜਿਹੜੀਆਂ ਨਿਕਲੀਆਂ ਇਹਨਾਂ ਦੀ ਇੰਟੈਂਸਿਟੀ i0 ਈਚ ਆ ਤੇ ਜਦੋਂ ਸਕਰੀਨ ਦੇ ਕਿਸੇ ਪੁਆਇੰਟ ਤੇ ਜਾ ਕੇ ਇਹ ਕੰਸਟਰਕਟਿਵਲੀ ਓਵਰਲੈਪ ਕੀਤੀਆਂ
ਉੱਥੇ ਇਹਨੇ ਇੰਟੈਂਸਿਟੀ ਜਿਹੜੀ ਆ ਉਹ ਇੰਡੀਵਿਜੂਅਲ ਵੇਵ ਨਾਲੋਂ 4 ਟਾਈਮ ਵਧਾ ਦੇਣੀ ਆ। ਕਿਆ ਇੰਨੀ ਗੱਲ ਕਲੀਅਰ? Yes, sir. Yes, sir. ਐਂਡ I min ਕੱਢ ਦਿਓ ਇੱਥੋਂ, ਤੇ ਜੇ I minimum ਦੀ ਵੈਲਿਊ ਕੱਢੀਏ ਤੇ A equal to B ਜਦੋਂ ਹੋਏਗਾ ਤੇ ਆ ਡਿਫਰੈਂਸ ਮੇਰਾ 0, ਯਾਨੀ ਇੰਟੈਂਸਿਟੀ 0। ਠੀਕ ਹੈ, ਇਹਦੇ ਨਾਲ ਜਿੱਥੇ ਡਾਰਕ ਪੈਟਰਨ ਬਣਿਆ ਉੱਥੇ ਇੰਟੈਂਸਿਟੀ 0 ਆ, ਜਿੱਥੇ ਬ੍ਰਾਈਟ ਪੈਟਰਨ ਬਣਿਆ ਉੱਥੇ ਇੰਟੈਂਸਿਟੀ ਇੰਡੀਵਿਜੂਅਲ ਲਾਈਟ ਸੋਰਸ ਨਾਲੋਂ 4 ਟਾਈਮ ਹੋਏਗੀ। ਇਹਨੂੰ ਆਪਾਂ ਰਿਲੇਟ ਕਰੀਏ ਤੇ ਇੱਕ ਕੁਐਸਚਨ ਬਣ ਜਾਂਦਾ, ਕਹਿੰਦਾ ਲਾਈਟ ਐਡਿਡ ਟੂ ਲਾਈਟ ਵਿਲ ਪ੍ਰੋਡਿਊਸ ਦਾ ਡਾਰਕਨੈਸ, ਕਮੈਂਟ ਓਵਰ ਦਾ ਸਟੇਟਮੈਂਟ। ਲਾਈਟ ਚ ਮੈਂ ਐਡ ਕਰਾਂ, ਠੀਕ ਹੈ ਜੀ, ਲਾਈਟ ਚ ਐਡ ਕਰੇ ਬਟ ਇਟ ਵਿਲ ਪ੍ਰੋਡਿਊਸ ਦਾ ਡਾਰਕਨੈਸ। ਕਹਿੰਦਾ ਜੀ ਵਾਟ ਇਟ ਮੀਨ? ਤਾਂ ਅਸੀਂ ਕਹਿੰਦੇ ਜੀ ਇਟ ਮੀਨਸ ਦਾ ਟੂ ਲਾਈਟ ਵੇਵ ਦੇ ਸ਼ੁੱਡ, ਕਹਿੰਦਾ ਜੀ ਓਵਰਲੈਪ ਡਿਸਟਰਕਟਿਵਲੀ, ਕਿਉਂਕਿ ਜਦੋਂ ਐਸਐਚ ਦੋ ਵੇਵ ਡਿਸਟਰਕਟਿਵਲੀ ਓਵਰਲੈਪ ਕਰਦੀਆਂ ਉਦੋਂ ਇੱਕ ਦੀ ਇੰਟੈਂਸਿਟੀ ਦੂਜੇ ਲਾਈਟ ਸੋਰਸ ਦੀ ਇੰਟੈਂਸਿਟੀ ਨਾਲ ਕੈਨਸਲ ਹੋ ਜਾਊ। Yes, sir. ਇਸ ਲਈ ਉਸ ਪੁਆਇੰਟ ਦੇ ਉੱਤੇ ਮੇਰੇ ਕੋਲ ਜਿਹੜੀ ਆ ਉਹ 0 ਇੰਟੈਂਸਿਟੀ ਦਾ ਪੈਟਰਨ ਆਏਗਾ। ਕਿਆ ਇੰਨੀ ਗੱਲ ਕਲੀਅਰ ਹੈ ਮੈਕਸ ਮਿਨੀਮਮ ਦੀ? Yes, sir. Yes, sir. Yes, sir. ਹੁਣ ਐਸਐਚ ਇਹਦੇ ਨਾਲ ਹੀ ਆਪਾਂ ਇੱਕ ਟੌਪਿਕ ਜੋੜਾਂਗੇ, ਠੀਕ ਹੈ ਜੀ, ਛੋਟਾ ਟੌਪਿਕ ਆ, ਫਿਰ ਮੇਨ ਡੈਰੀਵੇਸ਼ਨ ਆ ਜਾਏਗੀ, ਇੰਟਰਫੇਰੈਂਸ ਐਂਡ એનર્ਜੀ ਕਨਜ਼ਰਵੇਸ਼ਨ। ਇੰਟਰਫੇਰੈਂਸ ਐਂਡ એનર્ਜੀ ਕਨਜ਼ਰਵੇਸ਼ਨ ਟੌਪਿਕ ਚੋਂ ਇਹ ਬਣਾਇਆ। ਅੱਗੇ ਵੀ ਗੱਲ ਮੈਂ ਕੀਤੀ ਸੀਗੀ ਕਿ ਵੀ ਜਦੋਂ ਲਾਈਟ 'ਚ ਲਾਈਟ ਐਡ ਹੋਈ ਉੱਥੇ ਬ੍ਰਾਈਟਨੈਸ ਵੱਧ ਗਈ, ਉੱਥੇ એનર્ਜੀ ਵੱਧ ਗਈ, ਦੂਜੀ ਥਾਂ ਦੇ ਉੱਤੇ એનર્ਜੀ ਖਤਮ ਹੋ ਗਈ। क्या मैं फिर इन्हों ये मन्ना कि एक्स्ट्रा एनर्जी क्रिएट हो रही है और कुछ एनर्जी मेरी डिस्ट्रॉय हो रही? वो कहना जी नहीं। फिर असी इंटरफेरेंस दी मेन डेफिनेशन ते आने आ। इंटरफेरेंस दी डेफिनेशन च वर्ड असी ये यूज कीते आ, फिनोमिना ऑफ redistribution of light energy when the light ray coming from the two light sources should overlap constructively or destructively। ਇਹਦੇ ਨਾਲ ਜਦੋਂ ਲਾਈਟ ਸੋਰਸਸ ਤੋਂ ਲਾਈਟ ਵੇਵ ਕੰਸਟਰਕਟਿਵਲੀ ਜਾਂ ਡਿਸਟਰਕਟਿਵਲੀ ਓਵਰਲੈਪ ਕਰਦੀਆਂ ਤੇ ਉਦੋਂ ਉਹ એનર્ਜੀ ਨੂੰ ਇੱਕ ਦੂਜੇ ਨਾਲ ਦੁਬਾਰਾ ਤੋਂ ਰੀਡਿਸਟ੍ਰੀਬਿਊਟ ਕਰਦੀਆਂ। ਉਸ ਰੀਡਿਸਟ੍ਰੀਬਿਊਸ਼ਨ ਆਫ એનર્ਜੀ ਨੂੰ ਅਸੀਂ ਇੰਟਰਫੇਰੈਂਸ ਕਹਿੰਦੇ ਆ। ਕੀ ਗੱਲ ਸਮਝ ਆਈ? Yes. Yes, sir. ਸੋ ਉਹੀ ਚੀਜ਼ ਨੂੰ ਇੱਥੇ ਜਸਟੀਫਾਈ ਕਰਨ ਲਈ ਉਹਨੇ ਟੌਪਿਕ ਇਹ ਬਣਾਇਆ। ਉਹ ਕਹਿੰਦਾ ਜੀ ਜਦੋਂ ਦੋ ਲਾਈਟ ਸੋਰਸਸ ਤੋਂ ਵੇਵ ਓਵਰਲੈਪ ਕਰਦੀਆਂ, ਕਿਸੇ ਪੁਆਇੰਟ ਤੇ ਬ੍ਰਾਈਟਨੈਸ ਵਧੀ ਔਰ ਕਿਸੇ ਪੁਆਇੰਟ ਤੇ ਘਟੀ ਆ, ਹਨਾ, ਇਸ ਚੀਜ਼ ਨੂੰ ਤੁਸੀਂ ਐਸ ਸੱਚ ਕਹਿੰਦਾ ਜੀ એનર્ਜੀ ਕਨਜ਼ਰਵੇਸ਼ਨ ਚ ਕਿੱਦਾਂ ਅਪਲਾਈ ਕਰੋਗੇ? ਤੇ ਅਸੀਂ ਇਸ ਚੀਜ਼ ਨੂੰ ਇਦਾਂ ਦੱਸਣ ਲੱਗੇ, ਜੇ ਮੇਰੇ ਕੋਲ ਦੋ ਲਾਈਟ ਸੋਰਸਸ ਆ, ਇੱਕ ਲਾਈਟ ਸੋਰਸ ਜਿਹੜੀਆਂ ਵੇਵ ਪ੍ਰੋਡਿਊਸ ਕਰਦਾ I1 ਇੰਟੈਂਸਿਟੀ ਵਾਲੀਆਂ, ਦੂਜਾ ਲਾਈਟ ਸੋਰਸ I2 ਇੰਟੈਂਸਿਟੀ ਵਾਲੀਆਂ, ਮਤਲਬ ਇੱਕ ਦਾ ਐਂਪਲੀਟਿਊਡ A ਆ, ਇੱਕ ਦਾ ਐਂਪਲੀਟਿਊਡ B ਆ। ਤੇ ਜੇ ਮੈਂ ਇਹ ਮੰਨਾਂ ਕਿ ਆਹ ਦੋ ਲਾਈਟ ਸੋਰਸਿਸ ਜਿਹੜੇ ਨੇ ਇਹਨਾਂ ਤੋਂ ਨਿਕਲੀਆਂ ਵੇਵ ਜਦੋਂ ਸਕਰੀਨ ਤੇ ਪਹੁੰਚਦੀਆਂ ਤੇ ਕੋਈ ਓਵਰਲੈਪਿੰਗ ਨਹੀਂ ਹੋਈ, ਤੇ ਜੇ ਓਵਰਲੈਪਿੰਗ ਨਹੀਂ ਹੋਈ ਤੇ ਆਪਾਂ ਇਹਨੂੰ ਇਦਾਂ ਲਿਖ ਸਕਦੇ, ਠੀਕ ਹੈ। ਪਹਿਲੀ ਕੰਡੀਸ਼ਨ ਦੇ ਰਿਹਾ, if there is no interference, ਜੇ ਇੰਟਰਫੇਰੈਂਸ ਨਹੀਂ ਹੋਏਗੀ, ਠੀਕ ਹੈ ਜੀ, ਤੇ ਦੈਨ ਜਿਹੜੀ ਰਿਜ਼ਲਟੈਂਟ ਇੰਟੈਂਸਿਟੀ ਕਿਸੇ ਪੁਆਇੰਟ ਤੇ ਮਿਲੇਗੀ, ਆ ਦੋ ਲਾਈਟ ਸੋਰਸਸ ਦੀ ਲਾਈਟ ਸਾਹਮਣੇ ਵੱਜਦੀ ਪਈ ਆ और आपस कोई ओवरलैपिंग नहीं हैगी, तो टोटल इंटेंसिटी I1 प्लस I2 आ जाओ, ठीक है। और I1 मेरे को KA² लिख सकदा, I प्रोपोर्शनल टू A² आ, कांस्टेंट लगावा ते K लग गया, I1 KA² और I2 दी वैल्यू KB²। ਇਹਦਾ ਮਤਲਬ ਜਿਹੜੀ ਇੰਟੈਂਸਿਟੀ ਲਾਈਟ ਦੀ ਮੈਨੂੰ ਮਿਲਦੀ ਆ ਬਿਨਾ ਇੰਟਰਫੇਰੈਂਸ ਤੋਂ, ਜਦੋਂ ਲਾਈਟ ਸੋਰਸਸ ਦੀ ਕੋਈ ਇੰਟਰਫੇਰੈਂਸ ਨਹੀਂ ਹੋਈ, ਤੇ ਰਿਜ਼ਲਟੈਂਟ ਇੰਟੈਂਸਿਟੀ K ਟਾਈਮਸ A² plus B² ਆ ਜਾਓ। ਇਹਨਾਂ ਕਲੀਅਰ? Yes, sir. ਤੇ ਜੇ ਦੂਜੇ ਪਾਸੇ ਅਸੀਂ ਕਹਿੰਦੇ ਕਿ ਲਾਈਟ ਦੀ ਇੰਟਰਫੇਰੈਂਸ ਹੋਈ ਆ ਕਿਸੇ ਇੱਕ ਪੁਆਇੰਟ ਤੇ ਮੈਕਸਿਮਮ ਇੰਟੈਂਸਿਟੀ ਔਰ ਇੱਕ ਪੁਆਇੰਟ ਤੇ ਮਿਨੀਮਮ, ਉਹ ਕਹਿੰਦਾ ਜੀ ਐਵਰੇਜ ਇੰਟੈਂਸਿਟੀ ਕੱਢੋ ਕਿੰਨੀ ਆਉਂਦੀ ਹੈ, ਤੇ ਐਵਰੇਜ ਕੱਢਣ ਦਾ ਮੈਥਡ ਹੁੰਦਾ ਸਮ ਆਫ ਆਲ ਦਾ ਵੈਲਿਊਜ਼ ਡਿਵਾਈਡਡ ਬਾਈ ਟੋਟਲ ਨੰਬਰ। ਸਾਡੇ ਕੋਲ ਦੋ ਤਰ੍ਹਾਂ ਦੇ ਪੈਟਰਨ ਆ, ਇੱਕ ਮੈਕਸਿਮਮ ਇੱਕ ਮਿਨੀਮਮ, ਤੇ ਜੇ ਮੈਂ ਉਹਦੀ ਐਵਰੇਜ ਕੱਢ ਲਵਾਂ, ਨੈਕਸਟ ਲਾਈਨ ਚ ਦੇ ਰਹੇ, if there is an interference, if there is an interference, ਤੇ ਉਸ ਕੇਸ ਦੇ ਅੰਦਰ I average calculate ਹੋਏਗਾ, which is to be given by the I max plus I min by 2।
मतलब मैक्सिमम इंटेंसिटी ते मिनिमम इंटेंसिटी दी एवरेज कट के देख लो, कहना जी कितनी है। आई मैक्स दी वैल्यू साडे कोल अपने ऊपर कैलकुलेट है a प्लस b दा स्क्वायर और मिन दी वैल्यू a माइनस b दा स्क्वायर, यानी अपनी वैल्यू आ गई k टाइम्स a प्लस b स्क्वायर प्लस k टाइम्स a माइनस b स्क्वायर ओवर 2। ते जे मैं इथे सॉल्व करा ते मेरे कोल a स्क्वायर प्लस b स्क्वायर प्लस 2ab प्लस 2ab ते माइनस 2ab कैंसिल हो जाना, a स्क्वायर ते प्लस b स्क्वायर इथों ते इथों आपस में ऐड हो जाने। देयरफॉर आई एवरेज दी वैल्यू एवरेज दी वैल्यू मेरे को आ जाएगी, ठीक है, के सारे च कॉमन रख दो, मेरे को टर्म आ गई कहना जी एस एच 2 टाइम a स्क्वायर प्लस 2 टाइम b स्क्वायर ओवर 2 और 2 कॉमन आके कैंसिल हो जाना, ते एवरेज इंटेंसिटी आ गई k टाइम्स ऑफ a स्क्वायर प्लस b स्क्वायर। आ वैल्यू आई एवरेज इंटेंसिटी जदों इंटरफेरेंस हुई और आ वैल्यू आई मेरे को जदों कहना जी एस एच लाइट दी कोई इंटरफेरेंस नहीं, ते दोनों च एक रिजल्ट मिलता स्क्रीन ते जदों लाइट पहुंचदी आ बिना इंटरफेरेंस तो पहुंचे तामी ओदी इंटेंसिटी ते विद इंटरफेरेंस जे मैं एवरेज इंटेंसिटी कटा ब्राइट और डार्क दी मिला के ते ओदी इंटेंसिटी एवरेज दी वैल्यू वो दोनों मेरे को सेम आ रही हैं। ਇਹਦੇ ਨਾਲ ਵਿਦਆਊਟ ਇੰਟਰਫੇਰੈਂਸ ਤੇ ਵਿਦ ਇੰਟਰਫੇਰੈਂਸ ਇੰਟੈਂਸਿਟੀ ਨਾ ਇਨਕਰੀਜ਼ ਹੋਈ ਆ ਤੇ ਨਾ ਇੰਟੈਂਸਿਟੀ ਡਿਕਰੀਜ਼ ਹੋਈ ਆ, ਇੰਨੀ ਗੱਲ ਸਮਝ ਲੱਗੀ? Yes, sir. Yes, sir. Sir. ਇਹ ਮਤਲਬ ਫਿਰ ਇਹ ਹੋਇਆ ਕਿ ਇੰਟਰਫੇਰੈਂਸ ਦੇ ਹੋਣ ਤੋਂ ਬਾਅਦ, ਠੀਕ ਹੈ ਜੀ, ਮੇਰੇ ਕੋਲ ਇੰਟੈਂਸਿਟੀ ਜਿਹੜੀ ਹੈਗੀ ਆ ਉਹ ਕਿਤੋਂ ਨਾ ਐਕਸਟਰਾ ਆਈ ਆ ਤੇ ਨਾ ਮੇਰੀ ਡਿਸਟਰਕਸ਼ਨ ਦੇ ਅੰਦਰ ਕੋਈ ਇੰਟੈਂਸਿਟੀ ਦਾ ਲਾਸ ਹੋਇਆ ਵਾ। ਸਿਰਫ ਔਰ ਸਿਰਫ ਇਹ ਹੋਇਆ ਕਿ ਦੋ ਲਾਈਟ ਵੇਵ ਓਵਰਲੈਪ ਇਸ ਬਿਨਾ ਕਰ ਗਈਆਂ कि किसी पॉइंट तो कंस्ट्रक्टिवली ओवरलैप करके इंटेंसिटी बढ़ा गईयां, किसी पॉइंट तो डिस्ट्रक्टिवली ओवरलैप करके इंटेंसिटी घटा गई। इन्नी गल क्लियर है? Yes, sir. Sir, interference overlapping नहीं define कर सकते हैं? कि ओवरलैपिंग की तो दस दे पे हैं कि जो ओवरलैपिंग हुई आ ते उस ओवरलैपिंग के दो मैथड आ, एक कंस्ट्रक्टिवली ते एक डिस्ट्रक्टिवली। कंस्ट्रक्टिव वेले मेरे को इंटेंसिटी 4 गुना बढ़ गई नॉर्मल नालों, डिस्ट्रक्टिव वेले कुछ भी नहीं, तो क्या मैं ये मन्ना कि एनर्जी क्रिएट ते एनर्जी डिस्ट्रॉय हुई? वो कहना क्रिएट और डिस्ट्रॉय नहीं हुई, ठीक है। एवरेज इंटेंसिटी मैक्सिमम ते मिनिमम तो ओनी ही आई आ, ठीक है, जिन्नी मेरे को जी एस बिना इंटरफेरेंस तो ये मैं ना लाइट दी इंटरफेरेंस होवे तामी इंटरफेरेंस होवे तामी दोनों बारी इंटेंसिटी दा कोई एक्सेस मेरे को आ नहीं रहा ते कोई मेरे को एक्स्ट्रा जी एनर्जी वो डिस्ट्रॉय नहीं हो रही। क्लियर? Yes, sir. क्या टॉपिक क्लियर है सारे नु? Yes, sir. Yes, sir. Yes. चलो नेक्स्ट टॉपिक कर रहे हैं, इसे दे नाल लिंक होना आ जेडे फार्मूले ये याद चाहिए बेटा, इहदी लोड रहेगी। पाथ डिफरेंस दे फार्मूले आप आगे भी यूज करने हैं। चलो समझियो जी, टॉपिक हैगा अपने को इनु नाम वाइज लिखा बुक दे अकॉर्डिंगली, ते टॉपिक दा नाम हैगा थ्योरी ऑफ इंटरफेरेंस ऑफ अ लाइट। पेपर च ਇਹਦੇ ਰਿਲੇਟਡ क्वेश्चन ਜਿਹੜਾ ਵਾ ਉਹ ਕਈ ਵਾਰੀ ਇਹ ਆਏਗਾ ਕਿ prove that ਕਿ when the fringes are formed on screen ਤੇ they are always equal in width। ਜੇ ਮੈਨੂੰ ਇਹ ਆਵੇ ਕਿ ਸਕਰੀਨ ਤੇ ਜਿੰਨੀਆਂ ਫ੍ਰਿੰਜ ਬਣਦੀਆਂ ਪਈਆਂ ਬ੍ਰਾਈਟ ਜਾਂ ਡਾਰਕ ਜਿਹੜੀਆਂ ਉਹ ਅਲਟਰਨੇਟਿਵ ਆ, ਤੇ ਅਲਟਰਨੇਟਿਵ ਵਾਲੀ ਕੰਡੀਸ਼ਨ ਆਲਰੇਡੀ ਤੁਹਾਨੂੰ ਦੱਸ ਚੁੱਕਿਆ ਮੈਂ ਕਿੱਥੋਂ ਗੱਲ ਕਰ ਰਿਹਾ, ਫਿਰ ਇੱਕ ਵਾਰੀ ਦੱਸ ਰਿਹਾ। ਜਦੋਂ ਵੇਵ ਸਕਰੀਨ ਤੇ ਪਹੁੰਚਦੀਆਂ, ठीक है, n लैम्डा का पाथ डिफरेंस होवे यानी 1 लैम्डा 2 लैम्डा 3 लैम्डा 4 लैम्डा एंड सो ऑन, ये सारे वो पॉइंट है स्क्रीन दे जिथे जिथे मेरे को ऐसा स्क्रीन दे उत्ते ब्राइट पैटर्न बनदा। ये निकल क्लियर? Yes. Yes, sir. और 3/2 लैम्डा 5/2 लैम्डा 7/2 लैम्डा ये सारे दे सारे मेरे वो पॉइंट्स ने जिथे जिथे स्क्रीन ते मेरे को जिहड़ा वो ऐसा च डार्क पैटर्न बनदा। ते ਇਹਦੇ ਤੋਂ ਜੇ ਮੈਨੂੰ ਪੇਪਰ ਚ ਪ੍ਰੂਵ ਕਰਨਾ ਇਹ ਆ ਰਿਹਾ ਕਿ ਵੀ ਪ੍ਰੂਵ ਇਹ ਕਰੋ ਕਿ ਵੀ ਸਕਰੀਨ ਤੇ ਜਿੰਨੀਆਂ ਫ੍ਰਿੰਜਸ ਬਣਦੀਆਂ ਉਹ ਅਲਟਰਨੇਟਿਵ ਬਣੀਆਂ, ਤੇ ਮੈਨੂੰ ਆ ਥਿਊਰੀ ਆਫ ਇੰਟਰਫੇਰੈਂਸ ਵਾਲੇ ਟਾਪਿਕ ਦੀ ਲੋੜ ਨਹੀਂ ਹੋਏਗੀ।
ਤੁਸੀਂ ਆਹੀ ਟੌਪਿਕ ਜਿਹੜਾ ਪਾਥ ਡਿਫਰੈਂਸ ਵਾਲਾ ਕੰਡੀਸ਼ਨ ਫॉर ਕੰਸਟਰਕਟਿਵ ਤੇ ਡਿਸਟਰਕਟਿਵ ਇੰਟਰਫੇਰੈਂਸ ਉਹ ਡਰਾਈਵ ਕਰ ਦਿਓ ਤੇ ਲਾਸਟ ਆ ਕੇ ਕੰਡੀਸ਼ਨ ਦੱਸ ਦਿਓ ਕਿ ਵੀ ਜਿਹੜੇ ਹਰ ਦੋ ਬ੍ਰਾਈਟ ਪੈਟਰਨ ਨੇ ਉਹਦੇ ਇਨ ਬਿਟਵੀਨ ਡਾਰਕ ਤੇ ਹਰ ਦੋ ਡਾਰਕ ਦੇ ਇਨ ਬਿਟਵੀਨ ਬ੍ਰਾਈਟ ਮੇਰੇ ਕੋਲ ਜਿਹੜਾ ਬੰਦਾ ਪਿਆ ਮਤਲਬ ਇਹ ਅਲਟਰਨੇਟਿਵ ਨੇਚਰ ਚ। ਪਰ ਜੇ ਟੌਪਿਕ ਇਹ ਹੋਵੇ ਕਿ ਸਕਰੀਨ ਤੇ ਜਿੰਨੀਆਂ ਫ੍ਰਿੰਜਸ ਬਣੀਆਂ ਉਹ ਵਿਡਥ ਵਾਈਜ਼ ਵੀ ਬਰਾਬਰ ਅਲਟਰਨੇਟਿਵ ਵੀ ਆ ਤੇ ਐਸ ਸੱਚ ਮੇਰੇ ਕੋਲ ਉਹਨਾਂ ਦੀ ਫ੍ਰਿੰਜ ਵਿਡਥ ਜਿਹੜੀ ਹੋਏਗੀ ਠੀਕ ਹੈ ਉਹ ਬ੍ਰਾਈਟ ਹੋਏ ਮਤਲਬ ਇਕੁਅਲ ਵਿਡਥ ਦੀ ਹੋਏਗੀ। ਇਹ ਨਹੀਂ ਕਿ ਬ੍ਰਾਈਟ ਫ੍ਰਿੰਜ ਵਾਈਡਰ ਹੋਏਗੀ ਡਾਰਕ ਨੈਰੋ ਹੋਏਗੀ, ਇਹਦਾ ਨਹੀਂ ਹੋਏਗਾ। ਸਕਰੀਨ ਤੇ ਜਿਹੜੇ ਸ਼ੇਡ ਦਿਖੂਗੇ ਉਹ ਮੇਰੇ ਕੋਲ ਐਸ ਸੱਚ ਇਕੁਅਲ ਕਹਿੰਦਾ ਜੀ ਮੇਰੇ ਕੋਲ ਜਿਹੜੇ ਵਿਡਥ ਦੇ ਐਸ ਸੱਚ ਮੈਨੂੰ ਪੈਟਰਨ ਆਬਜ਼ਰਵ ਹੋਣੇ ਉਹਨੂੰ ਆਪਾਂ ਐਸ ਸੱਚ ਇਸ ਟੌਪਿਕ ਪ੍ਰੂਵ ਕਰਦੇ ਕਿ ਸਕਰੀਨ ਦੇ ਉੱਤੇ ਜਿੰਨੀਆਂ ਫ੍ਰਿੰਜ ਬਣਨੀਆਂ ਸਕਰੀਨ ਤੇ ਜਿੰਨੇ ਪੈਟਰਨ ਬਣਨੇ ਤੇ ਆਲ ਆਰ ਇਕੁਅਲ ਇਨ ਵਿਡਥ। ਉਹਦੇ ਵਾਸਤੇ ਕੀ ਦਿਖਾਉਣ ਲੱਗੇ ਆਪਾਂ ਆਪਣੇ ਕੋਲ ਐਸ ਸੱਚ ਦੋ ਲਾਈਟ ਸੋਰਸਿਸ ਆ ਗਏ S1 ਤੇ S2 ਦੋ ਲਾਈਟ ਸੋਰਸਿਸ ਆ ਗਏ ਇਹਦੇ ਬੈਕ ਐਂਡ ਤੇ S ਸੋਰਸ ਹੈਗਾ। ਇਥੋਂ ਵੇ ਪ੍ਰੋਡਿਊਸ ਹੋ ਕੇ ਜਦੋਂ ਆ ਦੋ ਸਲਿਟ ਤੇ ਪਹੁੰਚੀਆਂ ਇਹਨਾਂ ਦੋਨਾਂ ਸਲਿਟਸ ਨੇ ਐਸ ਸੱਚ ਆਪਣੀਆਂ ਡਿਫਰੈਂਟ ਵੇਵ ਜਨਰੇਟ ਕੀਤੀਆਂ ਜਿਹੜੀਆਂ ਸਕਰੀਨ ਤੱਕ ਜਾਂਦੇ ਜਾਂਦੇ ਇੱਕ ਦੂਜੇ ਨਾਲ ਕੰਸਟਰਕਟਿਵਲੀ ਤੇ ਡਿਸਟਰਕਟਿਵਲੀ ਓਵਰਲੈਪ ਕਰਦੀਆਂ। ਇੰਨੀ ਗੱਲ ਕਲੀਅਰ ਆ? Yes, sir. ਚਲੋ ਸਲਿਟ ਤੇ ਸਕਰੀਨ ਦੇ ਵਿਚਲੇ ਗੈਪ ਨੂੰ ਅਸੀਂ ਡੀ ਲਿਖਦੇ ਪਏ ਜਿਹੜੀਆਂ ਦੋ ਸਲਿਟਸ ਨੇ ਇਹਦੇ ਵਿਚਲੇ ਗੈਪ ਨੂੰ ਸਮਾਲ ਡੀ ਸਿੰਬਲ ਦੇ ਲਿਆ ਠੀਕ ਹੈ। ਯਾਨੀ ਆ ਮੇਰੇ ਕੋਲ ਸਮਾਲ ਡੀ ਆ ਗਿਆ ਤੇ ਜਿਹੜਾ ਸਲਿਟ ਸਕਰੀਨ ਗੈਪ ਆ ਉਹ ਕੈਪੀਟਲ ਡੀ। ਸਲਿਟ ਸਕਰੀਨ ਦਾ ਆ ਜੇ ਮੈਂ ਸੈਂਟਰਲ ਪੁਆਇੰਟ ਲਵਾਂ O ਠੀਕ ਹੈ ਜਿਹੜੀਆਂ ਵੇਵ S1 ਤੋਂ ਟਰੈਵਲ ਕਰਕੇ ਤੇ ਜਿਹੜੀਆਂ ਵੇਵ S2 ਤੋਂ ਟਰੈਵਲ ਕਰਕੇ ਇਸ O ਪੁਆਇੰਟ ਤੇ ਆਣੀਆਂ both will cover equal length। Yes, sir. ਕਾਕੇ ਰਿਸਪੌਂਡ ਕਰਨਾ ਬੰਦ ਹੋ ਗਏ ਤੇ ਮੈਂ ਪੜਾਉਣਾ ਬੰਦ ਕਰ ਦੇਣਾ। ਇਹਨਾਂ ਵੱਲ ਦੋਨਾਂ ਸੋਰਸਿਸ ਤੋਂ ਜਿਹੜੀਆਂ ਵੇਵ O ਪੁਆਇੰਟ ਤੇ ਆ ਰਹੀਆਂ ਦੋਨੋਂ ਪਾਸੇ ਇਕੁਅਲ ਲੈਂਥ ਕਵਰ ਕਰਕੇ ਜਾਓ। Yes, sir. Yes, sir. Yes, sir. ਤੇ ਜੇ ਇਕੁਅਲ ਲੈਂਥ ਕਵਰ ਕਰਨਗੀਆਂ ਤੇ ਇਹਨਾਂ ਵਿੱਚ ਪਾਥ ਡਿਫਰੈਂਸ 0 ਆ ਤੇ ਜਿਹੜੇ ਪੁਆਇੰਟ ਤੇ ਪਾਥ ਡਿਫਰੈਂਸ 0 ਆ x n ਲੈਂਬਡਾ ਦੇ ਫਾਰਮੂਲੇ ਦੇ ਹਿਸਾਬ ਨਾਲ ਜੇ n 0 ਆ ਤੇ ਇਹਦੇ ਨਾਲ 0 ਪਾਥ ਡਿਫਰੈਂਸ ਆ ਤੇ ਸਕਰੀਨ ਦੇ ਉਸ ਪੁਆਇੰਟ ਦੇ ਉੱਤੇ ਬ੍ਰਾਈਟ ਪੈਟਰਨ ਬਣੂ। Yes. Yes, sir. ਕਿ ਜਿਹੜਾ ਸਕਰੀਨ ਦਾ ਸੈਂਟਰ ਹੋਏਗਾ ਇਸ ਸੈਂਟਰਲ ਪੁਆਇੰਟ ਦੇ ਉੱਤੇ ਮੇਰੇ ਕੋਲ ਬ੍ਰਾਈਟ ਫ੍ਰਿੰਜ ਆਣੀ ਆ। ਇਸ ਤੋਂ ਬਾਅਦ ਅਸੀਂ ਮੰਨ ਲਿਆ ਸਕਰੀਨ ਤੇ ਆ ਕੋਈ ਪੁਆਇੰਟ ਲਾ ਲਓ ਠੀਕ ਹੈ ਜਿਹਨੂੰ P ਨਾਮ ਦੇ ਦਿੰਦੇ ਜਿਹੜਾ ਕਿ ਸਕਰੀਨ ਦੇ ਸੈਂਟਰ ਤੋਂ ਮੰਨ ਲਓ ਮੇਰੇ ਕੋਲ x ਡਿਸਟੈਂਸ ਤੇ ਆ ਠੀਕ ਹੈ। ਸਕਰੀਨ ਦੇ ਸੈਂਟਰ ਤੋਂ x ਡਿਸਟੈਂਸ ਤੇ ਕੋਈ ਪੁਆਇੰਟ P ਆ ਜਿੱਥੇ ਮੈਨੂੰ ਲਾਈਟ ਮਿਲਦੀ ਪਈ ਔਰ ਉਹ ਲਾਈਟ ਇਹਨਾਂ ਦੋਨਾਂ ਸੋਰਸਿਸ ਤੋਂ ਟਰੈਵਲ ਕਰਕੇ ਉੱਥੇ ਗਈ ਆ ਤੇ ਉਸ ਇਨਸਟੈਂਟ ਤੇ ਜਿਹੜੀਆਂ ਲਾਈਟ ਵੇਵ S1 ਤੋਂ ਤੇ ਜਿਹੜੀਆਂ ਲਾਈਟ ਵੇਵ S2 ਤੋਂ ਟਰੈਵਲ ਕਰਕੇ ਇਸ ਪੁਆਇੰਟ ਤੇ ਪਹੁੰਚਦੀਆਂ ਪਈਆਂ ਕਿਆ ਉਹ ਦੋਨੋਂ ਵੇਵ ਇਕੁਅਲ ਲੈਂਥ ਕਵਰ ਕਰੂ? No, sir. No, No, sir. ਇਹਦਾ ਮਤਲਬ S2P ਦੀ ਲੈਂਥ ਜਿਹੜੀ S1P ਨਾਲੋਂ ਜ਼ਿਆਦਾ ਇਸ ਨਾਲ ਇਹਨਾਂ ਦੋਨਾਂ ਚ ਪਾਥ ਡਿਫਰੈਂਸ ਹੋਏਗਾ। Yes. Yes, sir. ਉਸ ਪਾਥ ਡਿਫਰੈਂਸ ਨੂੰ ਕੈਲਕੂਲੇਟ ਕਰਨ ਲਈ ਇੱਕ S1 ਤੋਂ ਪਰਪੈਂਡੀਕੂਲਰ ਡਰਾ ਕਰ ਰਿਹਾ ਇੱਕ ਏਦਾਂ ਹੀ S2 ਤੋਂ ਪਰਪੈਂਡੀਕੂਲਰ ਡਰਾ ਕਰ ਰਿਹਾ ਨਾਮ ਕੁਛ ਦੇ ਦਿਓ ਇਹਨੂੰ MN। O ਤੋਂ ਲੈ ਕੇ ਠੀਕ ਹੈ ਜੀ P ਤੱਕ ਦਾ ਡਿਸਟੈਂਸ x ਮੰਨਿਆ ਠੀਕ ਹੈ ਤੇ ਆ S1 ਤੇ S2 ਦੇ ਵਿਚਲਾ ਗੈਪ D ਆ। ਆ ਜੇ ਸੈਂਟਰਲ ਪੁਆਇੰਟ ਆ ਤੇ ਆ ਮੇਰੇ ਕੋਲ ਇੰਨਾ ਗੈਪ ਜਿਹੜਾ ਹੋਏਗਾ ਇਹ D/2 ਆਜੂ। ਆ ਦੋਨੋਂ ਗੈਪ ਮੇਰੇ ਕੋਲ ਜਿਹੜੇ ਨੇ ਸੈਂਟਰਲ ਲਾਈਨ ਤੋਂ ਥੱਲੇ ਤੇ ਸੈਂਟਰਲ ਲਾਈਨ ਤੋਂ ਉੱਪਰ D/2 ਗੈਪ ਬਣੋ। Yes, sir. Yes, sir. ਤੇ ਜੇ ਮੈਂ ਹੁਣ ਐਸ ਸੱਚ ਇੱਥੋਂ ਗਿਣਾ ਕਿ ਵੀ M ਪੁਆਇੰਟ ਤੋਂ ਆ P ਪੁਆਇੰਟ ਤੱਕ ਦਾ ਡਿਸਟੈਂਸ ਲੈਣਾ ਹੋਵੇ ਤੇ ਇਹ ਐਸ ਸੱਚ ਮੇਰੇ ਕੋਲ ਇੰਨਾ D/2 ਆ ਤੇ ਅੱਗੇ x ਵਾ। ਇਹਦਾ ਮਤਲਬ ਮੇਰੇ ਕੋਲ ਜਿਹੜਾ ਆ ਗੈਪ ਹੋਏਗਾ ਇਹਦੀ ਲੈਂਥ x + D/2 ਆਜੂ। Yes, sir. ਇਹਦੇ ਜੇ ਮੈਂ ਇੱਥੋਂ n ਤੋਂ ਲੈ ਕੇ p ਤੱਕ ਦਾ ਗੈਪ ਲੈਣਾ ਹੋਏਗਾ ਤੇ n ਤੋਂ ਲੈ ਕੇ ਆ p ਤੱਕ ਦਾ ਜਿਹੜਾ ਗੈਪ ਆ ਇਹ x - D/2 ਆਜੂ। Yes, sir. Yes, sir. Yes, sir. ਡਿਸਟੈਂਸ ਸਾਰੇ ਕਲੀਅਰ ਆ? Yes, sir. Yes, sir. Yes, sir. ਹੁਣ ਆਪਾਂ ਇਹਨੂੰ ਇੱਥੋਂ ਸ਼ੁਰੂ ਕਰ ਰਹੇ ਹਾਂ ਕਿ ਵੀ ਜਦੋਂ ਤੁਸੀਂ ਇਸ ਸਕਰੀਨ ਦੇ ਕਿਸੇ ਆ ਪੁਆਇੰਟ ਤੇ ਦੇਖਣਾ ਬ੍ਰਾਈਟ ਕੇ ਡਾਰਕ ਪੈਟਰਨ ਦੀ ਪੋਜੀਸ਼ਨ ਆਈ ਆ ਉਹਦੇ ਲਈ ਤੁਸੀਂ ਇਹ ਕਰੋਗੇ ਇਸ ਪੁਆਇੰਟ ਤੱਕ ਜਿਹੜੀਆਂ ਵੇਵ S2 ਤੇ S1 ਤੋਂ ਪਹੁੰਚਣੀਆਂ ਉਹਨਾਂ ਵਿਚਲਾ ਪਾਥ ਡਿਫਰੈਂਸ ਕੱਢ ਲਓ।
ਹੁਣ ਆਪਾਂ ਇੱਕ ਪਾਥ ਡਿਫਰੈਂਸ ਦੇ ਫਾਰਮੂਲੇ n ਲੈਮਡਾ ਤੇ 2n ਮਾਈਨਸ 1 ਲੈਮਡਾ ਬਾਈ 2 ਵਾਲਾ ਬਣਾਏ ਹੋਏ ਆ। ਇੱਕ ਪਾਥ ਡਿਫਰੈਂਸ ਦਾ ਫਾਰਮੂਲਾ ਪਹਿਲਾਂ ਇਸ ਟੌਪਿਕ ਵਾਈਜ਼ ਕੱਢ ਦਈਏ, ਫਿਰ ਉਹਨਾਂ ਨਾਲ ਕੰਪੇਅਰ ਕਰਾਣਾ। ਆਪਾਂ ਇਹ ਤੋਂ ਸ਼ੁਰੂ ਕਰ ਰਹੇ। we know that path difference between waves reaching at p from two sources S1 and S2 is given by ਉਹਨੂੰ path difference ਕਾਦੇ ਬਰਾਬਰ ਆ ਗਿਆ, ਉਹਨੂੰ ਅਸੀਂ ਲਿਖ ਦਿੰਦੇ path difference equal to S2p minus S1p। ਸੋ S2p ਦੀ ਲੈਂਥ ਵਿੱਚੋਂ S1p ਵਾਲੀ ਲੈਂਥ ਮਾਈਨਸ ਕਰ ਲਾਂ ਤੇ path difference ਬਣੂਗਾ। Yes, sir. S2p ਦੀ ਵੈਲਿਊ ਕੈਲਕੂਲੇਟ ਕਰਨ ਵਾਸਤੇ ਰਾਈਟ ਐਂਗਲ ਟ੍ਰਾਇੰਗਲ ਲੈ ਰਹੇ ਆ S2m ਤੇ p। ਇਸ ਰਾਈਟ ਐਂਗਲ ਟ੍ਰਾਇੰਗਲ ਚ ਆ ਮੇਰੀ ਹਾਈਪੋਟੇਨਿਊਜ਼ ਤੇ ਆ ਮੇਰੇ ਕੋਲ ਬੇਸ ਤੇ ਪਰਪੈਂਡੀਕੂਲਰ ਦੋਨੋਂ ਬਣ ਜਾਣੇ। ਇਹਦਾ ਮਤਲਬ ਜੇ ਮੈਂ ਇਹਦੀ ਵੈਲਿਊ ਕੈਲਕੂਲੇਟ ਕਰਨੀ ਆ, ਇਹਦੇ ਲਈ ਆਪਾਂ ਡਿਫਾਈਨ ਕਰਦੇ ਪਏ here S2p equal to hypotenuse square equal to base square plus perpendicular square ਦਾ ਫਾਰਮੂਲਾ ਲਾ ਲਓ। ਆਪਣੇ ਕੋਲ ਟਰਮ ਬਣ ਜਾਏਗੀ d square ਪਲੱਸ ਆ ਜਾਏਗਾ x plus d/2 ਦਾ ਹੋਲ ਸਕੁਅਰ ਤੇ ਸਾਰੇ ਦੀ ਪਾਵਰ 1/2। ਕਿਆ ਇਹਨਾਂ ਕਲੀਅਰ? Yes, sir. Yes, sir. ਚਲ ਹੁਣ ਇਹ ਮੇਰੇ ਕੋਲ SH ਜੇ S2p ਦੀ ਵੈਲਿਊ ਬਣਦੀ ਪਈ ਆ, ਠੀਕ ਹੈ ਜੀ। ਇਹਨੂੰ ਆਪਣੇ ਕੋਲੋਂ ਅਸੀਂ ਕੀ ਕਰਨ ਲੱਗੇ, d ਨਾਲ ਮਲਟੀਪਲਾਈ d ਨਾਲ ਡਿਵਾਈਡ ਕਰਾ ਲਓ, ਠੀਕ ਹੈ। ਦੇਅਰਫੋਰ S2p ਜੇ ਮੈਂ ਲਿਖ ਲਵਾਂ ਤੇ d ਨਾਲ ਮਲਟੀਪਲਾਈ d ਜਿਹੜਾ ਡਿਵਾਈਡ ਕਰਾਂਗਾ ਉਹ ਰੂਟ ਦੇ ਅੰਦਰ ਜਦੋਂ ਜਾਊਗਾ, d ਰੂਟ ਦੇ ਅੰਦਰ ਜਦੋਂ ਜਾਊਗਾ ਤਾਂ d ਸਕੁਅਰ ਬਣ ਕੇ ਜਾਏਗਾ। ਇਹ ਮੇਰੀ ਟਰਮ ਬਣ ਗਈ d ਸਕੁਅਰ ਬਾਈ d ਸਕੁਅਰ ਪਲੱਸ x plus d/2 square over d square ਤੇ ਸਾਰੇ ਦੀ ਪਾਵਰ 1/2। ਕਲੀਅਰ ਹੈ ਜੀ? Sir, ਦੁਬਾਰਾ ਦੱਸਿਓ। d ਨਾਲ ਕੁੜੀਏ ਮਲਟੀਪਲਾਈ ਕੀਤਾ ਤੇ d ਨਾਲ ਡਿਵਾਈਡ, ਜਿਹੜਾ ਡਿਵਾਈਡ ਕਰਦਾ ਪਿਆ ਉਹ ਰੂਟ ਦੇ ਅੰਦਰ ਜਾਣਾ, ਰੂਟ ਦੇ ਅੰਦਰ d ਨੇ d ਸਕੁਅਰ ਬਣ ਕੇ ਜਾਊ। Yes, sir. ਤੇ ਆਪਾਂ d ਸਕੁਅਰ ਇਹਦੇ ਨੀਚੇ ਔਰ ਇਸ ਪੂਰੀ ਟਰਮ ਦੇ ਨੀਚੇ d ਸਕੁਅਰ ਲਗਾ ਦਿੱਤਾ। Okay, ਕਲੀਅਰ sir. ਹੈ? ਚਲੋ therefore S2p ਦੀ ਵੈਲਿਊ ਇਥੋਂ ਡਿਫਾਈਨ ਕਰਾਂ d into 1 plus x plus d/2, ਠੀਕ ਹੈ ਜੀ, ਦਾ ਹੋਲ ਸਕੁਅਰ ਓਵਰ d ਸਕੁਅਰ ਪਾਵਰ 1/2। ਠੀਕ ਹੈ, ਆ ਮੇਰੇ ਕੋ ਟਰਮ ਆਜੂ। ਇਹ ਚ ਲਗਾਉਣ ਲੱਗੇ ਹੁਣ ਇੱਕ ਅਜ਼ੰਪਸ਼ਨ ਕਿਹੜੀ, ਬਾਇਨੋਮੀਅਲ ਥਿਓਰਮ ਦੀ ਪਾਵਰ ਨੂੰ ਖਤਮ ਕਰਨ ਵਾਸਤੇ। ਅਜ਼ੰਪਸ਼ਨ ਇਹ ਹੋਏਗੀ 1 ਪਲੱਸ ਆ ਸਾਰੀ ਟਰਮ ਨੂੰ ਜੇ ਮੈਂ n ਪੜ ਕੇ ਇਹਨੂੰ x ਪੜਾ, ਹਨਾ, ਕਿਉਂ ਲਗਾ ਰਿਹਾ ਉਹਦੇ ਚ ਕੰਡੀਸ਼ਨ ਸਮਝਿਓ ਬੇਟਾ। ਜੇ ਮੈਂ ਇਸ ਰੇਸ਼ੋ ਦੇ ਅੰਦਰ ਦੇਖਾਂ x ਮੇਰੇ ਕੋਲ ਸਕਰੀਨ ਦੇ ਸੈਂਟਰ ਤੋਂ p ਪੁਆਇੰਟ ਤੱਕ ਦਾ ਗੈਪ ਆ, ਠੀਕ ਹੈ, ਜਿੱਥੇ ਮੇਰੇ ਕੋਲ ਬ੍ਰਾਈਟ ਜਾਂ ਡਾਰਕ ਕੋਈ ਪੈਟਰਨ ਬਣਿਆ ਵਾ, ਔਰ ਆ ਸਮਾਲ d ਮੇਰੇ ਕੋਲ ਜਿਹੜਾ ਵਾ ਇਹ ਦੋ ਸਲਿਟਸ ਦੇ ਵਿਚਲਾ ਗੈਪ ਆ, ਤੇ ਕੈਪੀਟਲ D ਮੇਰਾ ਸਲਿਟ ਸਕਰੀਨ ਦਾ ਗੈਪ ਆ। ਸਲਿਟ ਤੋਂ ਸਕਰੀਨ ਜਿਹੜੀ ਆ ਇਹ ਮੇਰੇ ਕੋਲ 1 ਮੀਟਰ ਦੂਰ ਹੋ ਸਕਦੀ ਆ, ਠੀਕ ਹੈ ਜੀ, ਆ ਗੈਪ 1 ਮੀਟਰ ਆ। ਜਿਹੜੀਆਂ ਮੇਰੀਆਂ ਦੋ ਸਲਿਟਸ ਨੇ ਇਹਦੇ ਵਿਚਲਾ ਗੈਪ ਮੇਰੇ ਕੋਲ ਜਿਹੜਾ ਉਹ ਮਿਲੀਮੀਟਰਾਂ ਚ ਆ। ਸਕਰੀਨ ਦੇ ਸੈਂਟਰ ਤੋਂ ਜਿੱਥੇ ਮੇਰੇ ਕੋਲ ਆ SHP ਪੁਆਇੰਟ ਆਇਆ ਇਹ ਵੀ ਗੈਪ ਲਵਾਂ ਤੇ ਮਿਲੀਮੀਟਰਾਂ ਚ ਆ। ਇਹਦਾ ਮਤਲਬ x ਦੀ ਵੈਲਿਊ ਤੇ ਇਧਰੋਂ ਆ d ਦੀ ਵੈਲਿਊ, ਤੇ ਜੇ d ਨੂੰ ਲਵਾਂ ਇਹ ਮਿਲੀਮੀਟਰ ਚ ਤੇ ਇੱਥੇ d/2 ਆ, ਇਹ ਮਤਲਬ ਇਹ ਹੋਰ ਛੋਟੀ ਟਰਮ ਆ। ਇਹਦਾ ਮਤਲਬ ਇਸ ਰੇਸ਼ੋ ਦੇ ਅੰਦਰ x plus d/2 ਦਾ ਸਕੁਅਰ ਜਿਹੜਾ ਵਾ that should be quite small। ਇਹਨੂੰ ਬੇਸ਼ੱਕ ਆ ਕਰ ਲਓ, ਇਹਨੂੰ ਇੱਕ ਕੰਮ ਹੋਰ ਕਰ ਦਿੰਦੇ x plus d/2 over d, ਆ ਬੇਸ਼ੱਕ ਸਾਰੀ ਟਰਮ ਇਕੱਠੀ ਕਰਕੇ ਸਕੁਅਰ ਕਰ ਦੋ ਕਿਉਂਕਿ ਇਹਦਾ ਵੀ ਸਕੁਅਰ ਸੀ ਤੇ ਉੱਪਰ ਵਾਲੀ ਟਰਮ ਦਾ ਵੀ ਸਕੁਅਰ ਸੀ। ਤੇ ਜੇ ਮੈਂ ਆ ਉੱਪਰ ਨਿਊਮੀਨੇਟਰ ਨੂੰ ਦੇਖਾਂ ਤੇ ਨਿਊਮੀਨੇਟਰ ਦੀ ਵੈਲਿਊ ਇਸ ਡਿਨੋਮੀਨੇਟਰ ਨਾਲੋਂ ਸਮਾਲ ਹੋਏਗੀ। Yes, yes, sir. ਤੇ ਜੇ x ਤੇ d/2 ਦੋਨੇ d ਨਾਲੋਂ ਛੋਟੇ ਆ ਤੇ ਇਹਦਾ ਮਤਲਬ ਆ ਪੂਰੇ ਦੀ ਪੂਰੀ ਟਰਮ ਦਾ ਰਿਜ਼ਲਟ ਜਿਹੜਾ ਵਾ ਇਹ 1 ਤੋਂ ਛੋਟਾ ਬਣੂ। Yes, sir. Yes. ਤੇ ਜੇ ਆ ਟਰਮ ਮੇਰੀ 1 ਤੋਂ ਛੋਟੀ ਆ ਤੇ ਫਿਰ ਆ ਪਾਵਰ ਜਿਹੜੀ ਆ ਉਹ ਇਸ ਟਰਮ ਦੇ ਨਾਲ ਮਲਟੀਪਲਾਈ ਹੋ ਸਕਦੀ ਜੀ। Yes, sir. ਇਸ ਲਈ ਆਪਾਂ ਜੇ ਇੱਥੇ ਆ ਲਿਖ ਦਈਏ ਅਪਲਾਈ ਬਾਇਨੋਮੀਅਲ ਥਿਓਰਮ, ਠੀਕ ਹੈ, ਤੇ therefore S2p ਦੀ ਵੈਲਿਊ ਆਪਣੇ ਕੋਲ ਆ ਜਾਏਗੀ d into 1 plus, ਠੀਕ ਹੈ ਜੀ, ਉੱਪਰ ਆ ਗਈ ਟਰਮ ਆ 1/d ਸਕੁਅਰ, ਭਾਵੇਂ ਤੇ ਬਾਹਰ ਕੱਢ ਕੇ ਰੱਖੀ ਰੱਖੋ, ਠੀਕ ਹੈ ਜੀ, ਆ ਸਿਰਫ ਅੰਦਰ ਲੈ ਕੇ ਗਿਆ ਸੀ ਸਮਝਾਉਣ ਵਾਸਤੇ ਬੇਟਾ, ਬੇਸ਼ੱਕ ਇਹਨੂੰ ਬਾਹਰ ਰੱਖੀ ਰੱਖੋ।
1 plus d by 1 plus d square ਤੇ ਆ ਪਾਵਰ ਜਿਹੜੀ ਹੈਗੀ ਆ ਇਹ ਐਸ ਐਚ ਇਸ ਸਾਰੀ ਟਰਮ ਦੇ ਨਾਲ ਮਲਟੀਪਲਾਈ ਚ ਆ ਜਾਊ। Yes, Yes. sir. ਯਾਨੀ ਜੇ ਮੈਂ ਇਹਨੂੰ ਇੱਥੇ ਲਿਖਦਾ 1/2 into ਬ੍ਰੈਕਟ ਚ ਮੇਰੇ ਕੋਲ ਆ ਗਿਆ ਕਹਿੰਦਾ ਜੀ x plus d/2 ਦਾ ਹੋਲ ਸਕੁਅਰ। क्या आ टर्म समझ आई? जे S2P आ गया S1P ਆਪਾਂ ਇੱਥੇ ਲਿਖਣਾ। क्या ਇਹੀ ਟਰਮ ਕਲੀਅਰ ਹੋਈ? Yes, sir. Yes, sir. ਜੇ ਇਹਦੇ ਕਿਸੇ ਸਟੈਪ 'ਚ ਕਿਸੇ ਨੂੰ ਕੋਈ ਡਾਊਟ ਆ ਤਾਂ ਇੱਕ ਵਾਰੀ ਬੋਲ ਦਿਓ, ਜੇ ਇਹਨਾਂ ਕਲੀਅਰ ਤਾਂ ਮੈਂ ਕੰਟੀਨਿਊ ਕਰੂੰਗਾ। ਇਹਨਾਂ ਕਲੀਅਰ ਆ? Yes. Yes, sir. Yes, sir. ਸਿਮਿਲਰਲੀ S1P ਦੀ ਵੈਲਿਊ ਸਿੱਧੀ ਬਣਾ ਦਿਓ, ਸਿਰਫ ਜਿੱਥੇ ਪਲੱਸ ਆ ਮਾਈਨਸ ਬਣਨਾ, ਬਾਕੀ ਸਾਰਾ ਸੇਮ ਆ। ਯਾਨੀ ਟਰਮ ਆ ਗਈ d into 1 plus 2d square into x minus d/2 ਦਾ ਹੋਲ ਸਕੁਅਰ। ਠੀਕ ਹੈ ਜੀ। S2P S1P ਦੋਨੋਂ ਆ ਗਏ, ਦੋਨੋਂ ਵੈਲਿਊਜ਼ ਇਕੁਏਸ਼ਨ 1 ਚ ਪੁੱਟ ਅਪ ਕਰ ਲਓ, ਦੋਨੋਂ ਦੀ ਦੋਨੋਂ ਵੈਲਿਊ ਇਕੁਏਸ਼ਨ 1 ਚ ਪੁੱਟ ਅਪ ਕਰ ਲਓ ਤੇ देयरफॉर ਆਪਣੇ ਕੋਲ ਟਰਮ ਬਣ ਜਾਏਗੀ ਪਾਥ ਡਿਫਰੈਂਸ ਇਕੁਅਲ ਟੂ S2P ਦੀ ਵੈਲਿਊ ਤੇ S1P ਦੀ ਵੈਲਿਊ। d ਦੋਨਾਂ ਚ ਹੀ ਕਾਮਨ ਆ, ਪਹਿਲਾਂ ਹੀ ਬਾਹਰ ਰੱਖ ਦਈਏ। S2P ਦੀ ਵੈਲਿਊ ਆਈ 1 plus 1/2 d square x plus d/2 ਦਾ ਹੋਲ ਸਕੁਅਰ ਮਾਈਨਸ ਕਰਾਣਾ ਇਸ ਪੂਰੀ ਟਰਮ ਨੂੰ। ठीक है जी, माइनस हो जू 1 plus 1/2 d square into x minus d/2 ਦਾ होल square। क्या एनी टर्म क्लियर? Yes, sir. 1 ना 1 कैंसल हो जाना। जे दोनों टर्म देखा आ टर्म मेरी जदों माइनस बननी आ, ठीक है जी, ते इनू टर्म दे विचों 1/2 d square दोनों चों कॉमन आ जाना। 1/2 d square बाहर कढ लो, d एक बाहर पिया, ਇਹਦੇ ਵਿੱਚੋਂ ਤੇ ਇਹਦੇ ਵਿੱਚੋਂ ਇੱਕ d कैंसल हो जाना। अपनी टर्म जो बची therefore path difference equal to d over 2d square और अंदर जेड़ा a plus b ਦਾ whole square minus a minus b ਦਾ whole square आ, टर्म बन जाएगी x square plus d square by 4। ठीक है, प्लस अपने को थर्ड टर्म इथों जेडी बन गई वो आ गई जी 2x d by 2। ठीक है, एक ब्रैकेट आ बन गई, दूसरी टर्म भी इथे ही ओपन कर लो x square plus d square by 4 minus 2x into d/2। ਹੁਣ ਜੇ ਇਹਦੇ ਚੋਂ ਦੇਖਾਂ ਤੇ ਆ ਟਰਮ ਮੇਰੇ ਕੋਲ x square ਤੇ d square by 4 ਕੈਨਸਲ ਹੋ ਜਾਣਾ। 2x into d/2 ਚੋਂ 2 ਨਾ 2 ਇੱਥੇ ਕੈਨਸਲ ਹੋ ਜਾਣਾ, xd ਇੱਚੋਂ ਬਚਿਆ ਤੇ xd ਇੱਚੋਂ ਬਚਿਆ। ਇਹ ਮਤਲਬ ਆਪਣੇ ਕੋਲ 2xd ਬਾਜੂ। Yes, sir. Yes, sir. ਇਹ ਮਤਲਬ ਜੇ ਇਸ ਟਰਮ ਨੂੰ ਆਪਾਂ ਇਥੋਂ ਡਿਵੈਲਪ ਕਰੀਏ ਤੇ ਆਪਣੇ ਕੋਲ ਟਰਮ ਆ ਗਈ 1/2d। ठीक है जी, 1/2d और इधरों टर्म बच गई 2 into xd। 2 ना 2 कैंसल आउट कर लो। अल्टीमेट साडे को जेड़ा पाथ डिफरेंस होएगा इस फिगर दे अकॉर्डिंगली वो पाथ डिफरेंस दी वैल्यू आ गई x d/d। क्या आ चीज पहलो क्लियर आ? Yes, sir. Yes, sir. ਹੁਣ ਗੱਲ ਸਮਝਿਓ ਤੇ ਆਣਾ ਇੱਕ ਸਿੰਬਲ ਦਾ ਡਾਊਟ ਬਣਨਾ ਉਹ ਸਮਝ ਲਿਓ। ਆਪਾਂ ਫਿਗਰ ਦੇ ਅੰਦਰ x ਸਿੰਬਲ ਜਿਹੜਾ ਵਰਤਿਆ ਵਾ, x ਅਸੀਂ ਕਿਹਾ ਸੈਂਟਰ ਤੋਂ ਉਸ ਪੁਆਇੰਟ ਤੱਕ ਦਾ ਡਿਸਟੈਂਸ ਆ ਜਿੱਥੇ ਤੁਹਾਡੀ ਬ੍ਰਾਈਟ ਜਾਂ ਡਾਰਕ ਫ੍ਰਿੰਜ ਬਣੀ ਆ। ਤੇ ਪਿਛਲੇ ਟੌਪਿਕ ਦੇ ਅੰਦਰ x ਜਿਹੜਾ ਸੀਗਾ ਉਹ ਪਾਥ ਡਿਫਰੈਂਸ ਦਾ ਸਿੰਬਲ ਸੀਗਾ। ਫਰਕ ਸਮਝ ਲੱਗਿਆ ਗੱਲ ਜੋ ਮੈਂ ਬੋਲੀ? Yes, sir. Yes. ਪਿਛਲੇ ਟੌਪਿਕ ਦੇ ਵਿੱਚ ਪਾਥ ਡਿਫਰੈਂਸ x ਨਾ ਸੀ, ਹੁਣ ਆਪਾਂ x ਨਹੀਂ ਮੰਨਦੇ ਪਏ ਪਾਥ ਡਿਫਰੈਂਸ। x ਅਸੀਂ ਮੰਨਿਆ ਸੈਂਟਰਲ ਪੋਜੀਸ਼ਨ ਤੋਂ ਕਿਸੇ ਵੀ ਗਿਵਨ ਫ੍ਰਿੰਜ ਦਾ ਜਿਹੜਾ ਗੈਪ ਹੈਗਾ ਵਾ। ਇੰਨੀ ਗੱਲ ਸਮਝ ਲੱਗੀ ਜੀ? Yes, sir. Yes, sir. ਚਲੋ ਹੁਣ ਇਹਦੇ ਅਕੋਰਡਿੰਗਲੀ ਜੇ ਆਪਾਂ ਕੰਟੀਨਿਊ ਕਰੀਏ, ਹੁਣ ਇਹਦੇ ਅਕੋਰਡਿੰਗਲੀ ਆਪਾਂ ਕੰਟੀਨਿਊ ਕਰੀਏ, ਇੱਕ ਪਾਥ ਡਿਫਰੈਂਸ ਆਰਟੀਕਲ ਦੇ ਅਕੋਰਡਿੰਗਲੀ ਆ ਗਿਆ। ਹੁਣ ਇਹ ਬ੍ਰਾਈਟ ਫ੍ਰਿੰਜ ਦਾ ਆਇਆ ਕਿ ਡਾਰਕ ਦਾ, ਉਹ ਕਿਸੇ ਦਾ ਵੀ ਹੋ ਸਕਦਾ। ਹੁਣ ਇਹਨੂੰ ਐਸ ਸੱਚ ਅਸੀਂ ਦੱਸਣ ਵਾਸਤੇ ਕਿ ਇਹ ਬ੍ਰਾਈਟ ਫ੍ਰਿੰਜ ਦਾ ਕਦੋਂ ਤੇ ਡਾਰਕ ਫ੍ਰਿੰਜ ਦੀ ਪੋਜੀਸ਼ਨ ਕਦੋਂ ਬਣਾ ਕੇ ਦੱਸੇਗਾ, ਉਹਦੇ ਲਈ ਇੱਕ ਵਾਰੀ ਇਹਨੂੰ n ਲੈਮਡਾ ਜਿਹੜਾ ਕੰਸਟਰਕਟਿਵ ਇੰਟਰਫੇਰੈਂਸ ਦਾ ਪਾਥ ਡਿਫਰੈਂਸ ਉਹਦੇ ਨਾਲ, ਇੱਕ ਵਾਰੀ 2n-1 into λ/2 ਨਾਲ ਉਹਨਾਂ ਇਕੁਏਟ ਕਰ ਲਓ। ਯਾਨੀ ਆਪਾਂ ਜੇ ਇਹਨੂੰ ਅੱਗੇ ਲਿਖੀਏ for positions of constructive interference, ਸਕਰੀਨ ਤੇ ਸਾਰੀਆਂ ਉਹ ਪੋਜੀਸ਼ਨ ਜਿੱਥੇ ਜਿੱਥੇ ਕੰਸਟਰਕਟਿਵ ਇੰਟਰਫੇਰੈਂਸ ਹੋਈ ਆ ਉਹਨੂੰ ਲੱਭਣਾ। ਤੇ ਆਪਣੇ ਕੋਲ ਐਸ ਸੱਚ ਕੰਡੀਸ਼ਨ ਹੈਗੀ ਆ ਪਾਥ ਡਿਫਰੈਂਸ ਇਕੁਅਲ ਟੂ
n lambda ਇਹ ਆਪਣੇ ਕੋਲ ਬ੍ਰਾਈਟ ਫ੍ਰਿੰਜ ਦੀ ਕੰਡੀਸ਼ਨ ਸੀਗੀ ਜੀ Yes. Yes, sir. मतलब आप पाथ डिफरेंस दा फार्मूला ते आप पाथ डिफरेंस दा फार्मूला दोनों इक्वेट कर दो which implies अपने को रिजल्ट आ जाएगा n lambda equal to x into d by 2 और x मेरा की चीज हैगी आ सेंट्रल फ्रिंज तो किसी भी गिवन पॉइंट तक दा पोजीशन दा गैप कितना वा ठीक है ते जे मैं ऐसा हुण ए लभना स्क्रीन दे किथे किथे ब्राइट फ्रिंज बनी हुई आ ठीक है जी ओदे लई x दी वैल्यू इथों कट दियो ते x दा फार्मूला इथों बन गया x equal to n lambda into d by d और x मैनू ये दसेगा स्क्रीन दे उत्ते मेरे कोल केड़ी-केड़ी पोजीशन आ जिथे जिथे ब्राइट फ्रिंज बनेगी ਇਹਦਾ ਮਤਲਬ ਮੈਨੂੰ ਐਸਾ ਚ ਫਰਸਟ ਬ੍ਰਾਈਟ ਫ੍ਰਿੰਜ ਲੱਭਣੀ ਆ n0 ਆ ਯਾਨੀ ਸਕਰੀਨ ਦਾ ਸੈਂਟਰ ਆ ਉਸ ਤੋਂ ਅਗਲੀ ਬ੍ਰਾਈਟ ਫ੍ਰਿੰਜ ਲੱਭਣੀ ਆ ਤੇ n ਦੀ ਵੈਲਿਊ 1 ਭਰ ਦੂੰਗਾ ਲੈਮਡਾ d ਤੇ d ਮੈਨੂੰ ਸਾਰਾ ਕੁਐਸਚਨ ਚ ਦੱਸਿਆ ਹੋਵੇ ਮੈਨੂੰ ਪਤਾ ਲੱਗ ਜੂ ਸਕਰੀਨ ਦੇ ਸੈਂਟਰ ਤੋਂ ਕਿੰਨੇ ਡਿਸਟੈਂਸ ਤੇ ਜਾ ਕੇ ਮੇਰੇ ਕੋਲ ਅਗਲੀ ਬ੍ਰਾਈਟ ਫ੍ਰਿੰਜ ਆਣੀ ਆ ਠੀਕ ਹੈ ਫਿਰ 2 3 4 ਇਹ ਤੇ ਪੁੱਟ ਅਪ ਕਰਦੇ ਚਲੋ ਤੇ ਸਕਰੀਨ ਦੀਆਂ ਸਾਰੀਆਂ ਉਹ ਪੋਜੀਸ਼ਨਸ ਮਿਲਦੀਆਂ ਜਾਣਗੀਆਂ ਜਿੱਥੇ ਜਿੱਥੇ ਮੇਰੇ ਕੋਲ ਬ੍ਰਾਈਟ ਫ੍ਰਿੰਜ ਬਣੇਗੀ ਕਿ ਇੰਨੀ ਗੱਲ ਸਮਝ ਲੱਗੀ Yes, sir. Yes, sir. तो जे आप ब्राइट फ्रिंज दी पोजीशंस देनी आ आप इथे कंडीशन लिख रहे हैं पुट n equal to 0 1 2 and so on ਤੇ therefore ਸਾਡੇ ਕੋਲ x naught ਆ ਜਾਏਗਾ 0 x naught ਕਹਿੰਦਾ ਪਿਆ ਸੈਂਟਰਲ ਪੋਜੀਸ਼ਨ ਨੂੰ x1 ਦੀ ਵੈਲਿਊ ਆ ਜਾਏਗੀ 1 lambda d by d x2 ਦੀ ਵੈਲਿਊ ਆ ਜਾਏਗੀ 2 lambda d by d ਠੀਕ ਹੈ ਜੀ and so on ਤੇ ਕਿਸੇ ਵੀ ਦੋ ਬ੍ਰਾਈਟ ਫ੍ਰਿੰਜ ਦੇ ਵਿੱਚ ਗੱਬੇ ਮੇਰੇ ਕੋਲ ਡਾਰਕ ਫ੍ਰਿੰਜ ਹੁੰਦੀ Yes, sir. ਇਹਦਾ ਮਤਲਬ ਆ x2 ਪੋਜੀਸ਼ਨ ਤੇ ਬ੍ਰਾਈਟ ਫ੍ਰਿੰਜ ਆ x1 ਪੋਜੀਸ਼ਨ ਤੇ ਬ੍ਰਾਈਟ ਫ੍ਰਿੰਜ ਆ ਤੇ ਜੇ ਮੈਂ ਦੋ ਬ੍ਰਾਈਟ ਫ੍ਰਿੰਜ ਦੀ ਪੋਜੀਸ਼ਨਸ ਨੂੰ ਮਾਈਨਸ ਕਰਾਂ ਤੇ ਉਹਦੇ ਵਿਚਲੀ ਬਣਨ ਵਾਲੀ ਡਾਰਕ ਫ੍ਰਿੰਜ ਦੀ ਵਿਡਥ ਲੱਭੂ Yes, sir. Yes, sir. ਇਹਦਾ ਮਤਲਬ ਜੇ ਹੁਣ ਮੈਂ ਅਗਲੇ ਸਟੈਪ 'ਚ ਇੱਥੇ ਆ ਲਿਖ ਦਵਾਂ देयरफॉर ਠੀਕ ਹੈ ਫ੍ਰਿੰਜ ਵਿਡਥ ਫॉर देयरफॉर fringe width of dark fringe ठीक है ते फ्रिंज विड्थ दा ਆਪਾਂ वेरिएबल बीटा लिखांगे और बीटा कोई भी दो ब्राइट पोजीशंस दे गैप नु माइनस कोई भी दो अल्टरनेटिव जड़ियां नाल नाल वालियां सक्सेसिव होणगियां ठीक है यानी x2 x1 कर दो xn xn -1 कर दो नाल वालियां दो नु माइनस करो ते विचली फ्रिंज दी विड्थ मिल जाएगी ਇਹਦਾ ਮਤਲਬ ਇਹਨੂੰ ਮਾਈਨਸ ਕਰਾਂ ਤੇ 2 lambda d by d minus lambda d by d ਕਰ ਲਵਾਂ ਤੇ ਸਾਡੇ ਕੋਲ देयरफॉर बीटा ਦਾ ਫਾਰਮੂਲਾ lambda d by d ਆ ਜਾਏਗਾ ਯਾਨੀ ਆ ਮੇਰੇ ਕੋਲ ਐਸਐਚ ਮੇਰੀ ਜਿਹੜੀ ਡਾਰਕ ਫ੍ਰਿੰਜ ਹੋਏਗੀ ਉਹਦੀ ਫ੍ਰਿੰਜ ਵਿਡਥ ਆਜੂ Yes, sir. Yes, sir. ਕਿੰਨਾ ਸਮੇਂ ਲੱਗਦਾ ਪਿਆ Yes, sir. ਚਲ Yes, sir. ਇਹਦੀ ਇਸੇ ਫਾਰਮੂਲੇ ਨੂੰ ਡਾਰਕ ਜਿਹੜੀ ਪੋਜੀਸ਼ਨ ਸੀਗੀਆਂ ਉਹਦੇ ਕਹਿੰਦਾ ਜੇ ਨਾਲ ਕੰਪੇਅਰ ਕਰਾ ਦਿਓ ਇੱਥੇ ਕਰ ਰਹੇ ਆਪਾਂ ਉਸ ਚੀਜ਼ ਨੂੰ ਜੇ ਆਪਾਂ ਹੁਣ ਇੱਥੇ ਡਿਸਟਰਕਟ ਫॉर ਪੋਜੀਸ਼ਨ ਆਫ ਡਿਸਟਰਕਟਿਵ ਇੰਟਰਫੇਰੈਂਸ ਜਿੱਥੇ ਡਿਸਟਰਕਟਿਵ ਇੰਟਰਫੇਰੈਂਸ ਹੋਈ ਆ ਠੀਕ ਹੈ ਜੀ ਉੱਥੇ ਪਾਥ ਡਿਫਰੈਂਸ ਦਸੀਏ ਤੇ ਪਾਥ ਡਿਫਰੈਂਸ ਦਾ ਫਾਰਮੂਲਾ ਹੈਗਾ 2n - 1 into lambda by 2 ਤੇ ਤੁਸੀਂ ਇਸ ਫਾਰਮੂਲੇ ਨੂੰ ਜਿਹੜਾ ਆਪਾਂ ਫਾਰਮੂਲਾ ਡਰਾਈਵ ਕੀਤਾ ਪਾਥ ਡਿਫਰੈਂਸ ਨਾਲ ਉਹਨਾਂ ਇਕੁਏਟ ਫੇਰ ਕਰ ਦਿਓ ਯਾਨੀ ਇਹਨੂੰ x into d by d ਨਾਲ ਇਕੁਏਟ ਕਰ ਲਓ ਤੇ x ਕੱਢ ਲਓ ਤੁਹਾਡੇ ਕੋਲ ਕੀ ਆ ਗਿਆ x ਦੀ ਵੈਲਿਊ ਇਹ ਤੋਂ ਕੈਲਕੂਲੇਟ ਕਰੀਏ ਤੇ x ਦਾ ਫਾਰਮੂਲਾ ਬਣ ਜਾਣਾ 2n - 1 into lambda d by 2d ਕਲੀਅਰ ਹੈ ਜੀ Yes. Yes, sir. ਇਹਦੇ ਵਿੱਚ ਵੀ n ਦੀ ਵੈਲਿਊ 1 2 3 ਭਰੀ ਚਲੋ ਤੇ ਸਾਰੀਆਂ ਡਾਰਕ ਪੋਜੀਸ਼ਨਸ ਲੱਭ ਜਾਣੀਆਂ ਤੇ ਦੋ ਡਾਰਕ ਪੋਜੀਸ਼ਨਸ ਦੇ ਇਨ ਬਿਟਵੀਨ ਮੇਰੇ ਕੋਲ ਕਹਿੰਦਾ ਜੀ ਬ੍ਰਾਈਟ ਫ੍ਰਿੰਜ ਬਣਨੀ ਆ ਇਹਦਾ ਮਤਲਬ ਇੱਥੇ n ਦੀ ਵੈਲਿਊ ਭਰਾ n ਦੀ ਇੱਥੇ ਫਰਸਟ ਵੈਲਿਊ 0 ਨਹੀਂ ਆਣੀ ਕਿਉਂਕਿ ਜੇ 0 ਬਣੀ ਤੇ 2n + 1 ਦਾ ਫਾਰਮੂਲਾ ਬਣਾਵਾਂਗੇ ਠੀਕ ਹੈ n ਦੀ ਫਰਸਟ ਵੈਲਿਊ 1 2 3 ਆ ਪੁੱਟ ਅਪ ਕਰੋ ਤੇ x1 ਮੇਰੇ ਕੋਲ ਆ ਜਾਏਗਾ 2 - 1 ਜਿਹਨੇ ਆਪਣੇ ਕੋਲ ਵੈਲਿਊ ਬਣ ਗਈ lambda d by 2d x2 ਕੱਢਾਂਗਾ ਤੇ ਵੈਲਿਊ ਬਣ ਗਈ 3 by 2 lambda d by d ਠੀਕ ਹੈ ਇਹਦੀ x3 5 by 2 lambda d by d ਤੇ ਦੋ ਡਾਰਕ ਫ੍ਰਿੰਜਸ ਦੋ ਡਾਰਕ ਪੋਜੀਸ਼ਨਸ ਨੂੰ ਮਾਈਨਸ ਕਰਾ ਤੇ ਬ੍ਰਾਈਟ ਫ੍ਰਿੰਜ ਦੀ ਵਿਡਥ ਆ ਜਾਊ Yes, sir. Yes, sir. देयरफॉर
ਫ੍ਰਿੰਜ ਵਿਡਥ ਲਿਖ ਦਵਾਂ ਤੇ ਫ੍ਰਿੰਜ ਵਿਡਥ ਦਾ ਫਾਰਮੂਲਾ ਬੀਟਾ ਦਾ ਆ ਜਾਏਗਾ x2 x1 ਤੇ ਜੇ ਇਹਨਾਂ ਨੂੰ ਮਾਈਨਸ ਕਰਾ ਲਵਾਂ x2 x1 ਨੂੰ ਤੇ ਆਪਣੇ ਕੋਲ ਵੈਲਿਊ ਆ ਜਾਏਗੀ ਬੀਟਾ ਇਕੁਅਲ ਟੂ 3/2 ਲੈਮਡਾ d/d ਚੋਂ 1/2 ਲੈਮਡਾ d/d ਮਾਈਨਸ ਕਰਾਂ ਤੇ ਆ ਸਾਰੀ ਟਰਮ ਕਾਮਨ ਕੱਢ ਕੇ 3 1 3 1 2 ਤੇ 2 ਨਾਲ 2 ਡਿਵਾਈਡ ਹੋ ਜਾਣਾ ਤੇ ਆਪਣੇ ਕੋਲ ਵੈਲਿਊ 3 1 into ਲੈਮਡਾ d/2 ਦੀ ਆਣੀ ਆ ਯਾਨੀ ਫਿਰ ਵੈਲਿਊ ਲੈਮਡਾ d/d ਆ ਜਾਏਗੀ ਠੀਕ ਆ ਇਹਦਾ ਮਤਲਬ ਜੇ ਬ੍ਰਾਈਟ ਫ੍ਰਿੰਜ ਦੀ ਵਿਡਥ ਕੱਢਾ ਲੈਮਡਾ d/d ਆਈ ਤੇ ਜੇ ਡਾਰਕ ਫ੍ਰਿੰਜ ਦੀ ਵਿਡਥ ਕੱਢੀਏ ਤੇ ਤਾਂ ਵੀ ਲੈਮਡਾ d/d ਇਹਦਾ ਮਤਲਬ ਸਕਰੀਨ ਦੇ ਉੱਤੇ ਜਿੰਨੀਆਂ ਫ੍ਰਿੰਜਸ ਬਣਨੀਆਂ ਵਾ ਆਈਦਰ ਬ੍ਰਾਈਟ ਔਰ ਡਾਰਕ ਪਹਿਲਾ ਵਰਡ ਉਹ ਸਾਰੇ ਦੀਆਂ ਸਾਰੀਆਂ ਫ੍ਰਿੰਜਸ ਜਿਹੜੀਆਂ ਨੇ ਅਲਟਰਨੇਟਿਵ ਬਣਨਗੀਆਂ ਦੋ ਸਕਸੈਸਿਵ ਫ੍ਰਿੰਜਸ ਜਿਹੜੀਆਂ ਨੇ ਉਹ ਮੇਰੇ ਕੋਲ ਇਕੱਠੀਆਂ ਬ੍ਰਾਈਟ ਜਾਂ ਇਕੱਠੀਆਂ ਡਾਰਕ ਨਹੀਂ ਆਣੀਆਂ ਹਮੇਸ਼ਾ ਅਲਟਰਨੇਟਿਵ ਆਣੀਆਂ ਵਾ ਤੇ ਦੂਜਾ ਜਿੰਨੀਆਂ ਸਕਰੀਨ ਦੇ ਉੱਤੇ ਫ੍ਰਿੰਜਸ ਬਣਨੀਆਂ ਉਹ ਸਾਰਿਆਂ ਦੀ ਫ੍ਰਿੰਜ ਵਿਡਥ ਜਿਹੜੀ ਹੋਏਗੀ ਦੇ ਆਰ ਆਲਵੇਸ ਟੂ ਬੀ ਕਹਿੰਦਾ ਜੀ ਇਕੁਅਲ ਇਨ ਵਿਡਥ क्या इतना क्लियर है yes sir Yes. yes Yes, sir sir. जे किसी ਨੂੰ ਕਿਸੇ ਸਟੈਪ ਦਾ ਡਾਊਟ ਹੈਗਾ ਤੇ ਇੱਕ ਵਾਰੀ ਬੋਲੋ